ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਸਤਿਗੁਰ ਮੇਰਾ ਬੇਮੁਹਤਾਜ, ਸਤਿਗੁਰ ਮੇਰੇ ਸੱਚਾ ਸਾਜ। ਸਤਿਗੁਰ ਮੇਰਾ ਸਬਸ ਕਾ ਦਾਤਾ, ਸਤਿਗੁਰ ਮੇਰਾ ਪੁਰਖ ਵਿਦਾਤਾ। ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਰ ਸੁਲਾਗਾ ਸੇਵ। ਸਤਿਗੁਰ ਮੇਰਾ ਸਰਬ ਪ੍ਰਤਪਾਲੇ, ਸਤਿਗੁਰ ਮੇਰਾ ਮਾਰ ਜਿਵਾਲੇ। ਸਤਿਗੁਰ ਮੇਰੇ ਕੀ ਵਡਿਆਈ, ਪ੍ਰਗਟ ਭਈ ਹੈ ਸਭਨੀ ਥਾਈ। ਸਤਿਗੁਰ ਮੇਰਾ ਤਾਣ ਨਿਤਾਣ, ਸਤਿਗੁਰ ਮੇਰਾ ਕਰ ਦੀਵਾਨ। ਸਤਿਗੁਰ ਕਹਿ ਸਦ ਬਲ ਜਾਇਆ, ਪ੍ਰਗਟ ਮਾਰਗ ਜਿਨ ਕਰ ਦਿਖਲਾਇਆ। ਜਿਨ ਗੁਰ ਸੇਵਿਆ, ਜਿਨ ਗੁਰ ਸੇਵਿਆ, ਤਿਸ ਭਉ ਨਾ ਵਿਆਪੈ। ਜਿਨ ਗੁਰ ਸੇਵਿਆ, ਤਿਸ ਦੁਖ ਨਾ ਸੰਤਾਪੈ। ਨਾਨਕ ਸੋਧੇ ਸਿਮਰਤ ਬੇਦ, ਪਾਰ ਬ੍ਰਹਮ ਗੁਰ ਨਾਹੀ ਭੇਦ। ਨਾਨਕ ਸੋਧੇ ਪਾਰ ਬ੍ਰਹਮ ਗੁਰ ਦੇ, ਨਾਨਕ ਸੋਧੇ ਸਿਮਰਤ ਵੇਦ। ਪਾਰ ਬ੍ਰਹਮ ਗੁਰ ਨਾਹੀ ਭੇਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜਿਨ੍ਹਾਂ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ ਹੈ, ਅੱਜ ਮਹਾਨ ਦਿਹਾੜਾ, ਵੱਡਾ ਦਿਹਾੜਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਬਾਬਾ ਜੀ ਦਾ ਆਗਮਨ ਪੁਰਬ। ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ। ਗੁਰੂ ਮਹਾਰਾਜ ਕਿਰਪਾ ਕਰਨ, ਆਪਣੇ ਜੀਵਨ ਦੇ ਵਿੱਚੋਂ ਕੁਝ ਕਿਨਕਾ ਮਾਤਰ ਬਖਸ਼ਿਸ਼ ਸਾਡੀ ਵੀ ਝੋਲੀ ਵਿੱਚ ਪਾਉਣ। ਬੜੇ ਪਿਆਰ ਨਾਲ ਆਪ ਮਾਈ ਭਾਈ ਸਾਹਿਬਾਂ ਦੀ ਬਾਣੀ ਸ਼ਲੋਕ ਮਹੱਲਾ 9ਵਾਂ ਆਪ ਜੀ ਗਾਇਨ ਕਰ ਰਹੇ ਸੋ। ਗੁਰੂ ਦੀ ਕਿਰਪਾ ਦਾ ਸਦਕਾ ਸਮਾਪਤੀ ਹੋਈ ਹੈ। ਕੁਝ ਕੁ ਸਮਾਂ ਅਸੀਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਬਾਬਾ ਜੀ ਦੀ ਉਸਤਤ ਦੇ ਵਿੱਚ ਜੁੜਨ ਦਾ ਯਤਨ ਕਰੀਏ। ਗੁਰੂ ਸਾਹਿਬ ਦੇ ਜੀਵਨ ਦੇ ਅਸੀਂ ਕੁਝ ਗੱਲਾਂ ਆਪਸ ਵਿੱਚ ਸਾਂਝ ਕਰੀਏ, ਮਨ ਬਿਰਤੀ ਇਕਾਗਰ ਕਰੀਏ। ਜੇ ਮਨ ਕਿੱਥੇ ਭੱਜ ਰਿਹਾ, ਆਵਾਜ਼ ਮਾਰੀਏ, ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਘਰੇ। ਸੋ ਆਓ ਰਸਨਾ ਨੂੰ ਪਵਿੱਤਰ ਕਰੋ। ਸਾਰੇ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਮੁੜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਘਰ ਦੇ ਵਿੱਚ ਜਦੋਂ ਕਿਸੇ ਨਵੇਂ ਜੀਅ ਨੇ ਆਉਣਾ ਹੁੰਦਾ ਹੈ ਨਾ, ਸਭ ਤੋਂ ਜ਼ਿਆਦਾ ਖੁਸ਼ੀ ਦਾਦੀ ਨੂੰ ਹੁੰਦੀ ਹੈ। ਦਾਦੀ ਦਾਦੇ ਨੂੰ ਜ਼ਿਆਦਾ ਚਿਹਰੇ 'ਤੇ ਖੁਸ਼ੀ ਹੁੰਦੀ ਹੈ, ਕਿਉਂਕਿ ਉਹਦੀ ਜਿਹੜੀ ਪ੍ਰਸੰਨਤਾ ਹੈ ਉਹ ਬਿਆਨ ਨਹੀਂ ਕੀਤੀ ਜਾ ਸਕਦੀ। ਜਿਹੜੇ ਦਾਦਾ ਦਾਦੀ ਬਣੇ ਨੇ ਉਹ ਇਹ ਫੀਲਿੰਗ ਨੂੰ ਸਮਝ ਸਕਦੇ ਨੇ।
ਅੱਜ ਬੀਬੀ ਭਾਣੀ ਬੜੇ ਹੀ ਇੱਕ ਅਲੱਗ ਖੁਸ਼ੀ ਸੀ ਉਹਨਾਂ ਦੇ ਮਨ ਦੇ ਵਿੱਚ, ਕਿਉਂਕਿ ਅੱਜ ਉਹਨਾਂ ਦੇ ਸਪੁੱਤਰ ਹਰਗੋਬਿੰਦ ਪਾਤਸ਼ਾਹ ਦੇ ਘਰ ਪੰਜਵੇਂ ਲਾਲ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਬਾਬਾ ਜੀ ਦੀ ਆਮਦ ਹੋਈ ਹੈ। ਗੁਰੂ ਕੇ ਮਹਿਲ, ਜਿੱਥੇ ਅੰਮ੍ਰਿਤਸਰ ਹਰਿਮੰਦਰ ਸਾਹਿਬ ਤੋਂ ਕੁਝ ਕੁ ਦੂਰੀ ਤੇ ਹੈ, ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਅੰਮ੍ਰਿਤ ਵੇਲੇ 1 ਅਪ੍ਰੈਲ ਸਨ 1621 ਵਿਖੇ। ਅੱਜ 401 ਸਾਲ ਹੋ ਗਏ ਹਨ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਹਰਿਮੰਦਰ ਸਾਹਿਬ ਵਿੱਚ ਆਸਾ ਦੀ ਵਾਰ ਦੀ ਬਾਣੀ ਸਰਵਣ ਕਰ ਰਹੇ ਸਨ। ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਮਹਾਰਾਜ ਨੂੰ ਸੰਗਤ ਵਿੱਚ ਕਹਿਣ ਆਏ ਕਿ ਤੁਹਾਡੇ ਘਰ ਲਾਲ ਦੀ ਆਮਦ ਹੋਈ ਹੈ। ਬੜੀ ਵੱਡੀ ਇੱਕ ਪੜ੍ਹਾਈ ਹੈ। ਸਾਨੂੰ ਕੋਈ ਖੁਸ਼ੀ ਹੋਵੇ ਨਾ ਤੇ ਅਸੀਂ ਨਿਤਨੇਮ ਕਰ ਰਹੀ ਹੋਈਏ ਤੇ ਉੱਥੇ ਹੀ ਛੱਡ ਦਿੰਦੇ ਹਾਂ, ਚਲੋ ਬਾਅਦ ਵਿੱਚੋਂ ਕਰ ਲਾਂਗੇ। ਪਰ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਉਸ ਵੇਲੇ ਦੀਵਾਨ ਵਿੱਚੋਂ ਉੱਠੇ ਨਹੀਂ। ਸ੍ਰੀ ਆਸਾ ਜੀ ਦੀ ਵਾਰ ਚੱਲ ਰਹੀ ਸੀ, ਸੰਪੂਰਤਾ ਹੋਈ, ਅਰਦਾਸ ਹੋਈ, ਹੁਕਮਨਾਮਾ ਹੋਇਆ, ਪ੍ਰਸ਼ਾਦ ਲਿਆ। ਉਸ ਵੇਲੇ ਫਿਰ ਮਹਾਰਾਜ ਕੁਝ ਸਿੰਘਾਂ ਨੂੰ ਲੈ ਕੇ, ਭਾਈ ਗੁਰਦਾਸ ਜੀ, ਬਾਬਾ ਬੁੱਢਾ ਜੀ ਨੂੰ ਲੈ ਕੇ ਉਸ ਪਾਵਨ ਧਰਤੀ ਤੇ ਗੁਰੂ ਕੇ ਮਹਿਲ ਮਹਾਰਾਜ ਜਿੱਥੇ ਆਮਦ ਹੋਈ ਸੀ ਉੱਥੇ ਗਏ। ਪਹਿਲਾਂ ਵੀ 4 ਸਾਹਿਬਜ਼ਾਦੇ ਹੋਏ। ਭਾਈ ਗੁਰਦਿੱਤਾ ਜੀ ਵੱਡੇ ਸਨ ਸਭ ਤੋਂ, ਸੂਰਜਮਲ, ਅਣੀ ਰਾਏ, ਬਾਬਾ ਅਟਲ ਰਾਏ ਤੇ 5ਵੇਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਬਾਬਾ ਜੀ। ਮਹਾਰਾਜ ਨੇ ਪਹਿਲੇ ਵੀ 4 ਘਰ ਵਿੱਚ ਲਾਲ ਆਏ, ਪਰ ਅੱਜ ਇਸ ਲਾਲ ਨੂੰ ਵੇਖ ਕੇ ਮਨ ਵਿੱਚ ਬਹੁਤ ਪ੍ਰਸੰਨਤਾ ਸੀ। ਆਪਣੇ ਮੁਬਾਰਕ ਕਰ ਦੇ ਨਾਲ ਆਪਣੇ ਲਾਲ ਨੂੰ ਹੱਥ ਵਿੱਚ ਲਿਆ ਔਰ ਸੀਸ ਝੁਕਾ ਕੇ ਮੱਥਾ ਵੀ ਚੁੰਮਿਆ ਤੇ ਪੈਰ ਵੀ ਚੁੰਮੇ। ਸਿੱਖ ਸਾਰੇ ਦੇਖ ਰਹੇ ਸਨ ਕਿ ਗੁਰੂ ਸਾਹਿਬ ਪਹਿਲੇ ਵੀ ਲਾਲ ਹੋਏ ਨੇ, ਪਰ ਮਹਾਰਾਜ ਅੱਜ ਕਿਉਂ ਸੀਸ ਝੁਕਾ ਕੇ ਇਹਨਾਂ ਨੂੰ ਚੁੰਮ ਰਹੇ ਨੇ ਔਰ ਚਰਨ ਤਰਫ ਵੀ ਚੁੰਮ ਰਹੇ ਨੇ? ਕਿਉਂਕਿ ਗੁਰੂ ਪਾਤਸ਼ਾਹ, ਗੁਰੂ ਨਾਨਕ ਪਾਤਸ਼ਾਹ ਕਦੀ ਵੀ ਝੁਕੇ ਨਹੀਂ ਕਿਸੇ ਅੱਗੇ। ਜਦੋਂ ਵੀ ਝੁਕੇ ਉਸ ਪਰਮਾਤਮਾ ਦੇ ਅੱਗੇ ਝੁਕੇ। ਔਰ ਇੱਕ ਸਿੱਖ ਦਾ ਫਰਜ਼ ਵੀ ਹੈ ਕਿ ਕਿੱਥੇ ਕੋਈ ਮਣੀ ਮਸਾਣਾ ਤੇ ਕਿੱਥੇ ਵੀ ਕਿਸੇ ਡੰਮੀ, ਕੋਈ ਭੁੱਲੇ ਭਟਕੇ ਜਿਹੜੇ ਅੱਜ ਕੱਲ੍ਹ ਦੇ ਗੁਰੂ ਬਣੇ ਬੈਠੇ ਹਨ, ਅਸੀਂ ਸੀਸ ਨਾ ਝੁਕਾਈਏ। ਸੀਸ ਝੁਕੇ ਤੇ ਆਪਣੇ ਗੁਰੂ ਦੇ ਅੱਗੇ ਝੁਕੇ। ਗੁਰੂ ਨਾਨਕ ਪਾਤਸ਼ਾਹ ਨੇ ਇੱਕ ਵਾਰੀ ਸੀਸ ਝੁਕਾਇਆ ਸੀ ਭਾਈ ਲਹਿਣੇ ਦੇ ਅੱਗੇ ਤੇ ਗੁਰਤਾ ਗੱਦੀ ਦਿੱਤੀ। ਕੁਝ ਸਮੇਂ ਬਾਅਦ ਸਿੱਧ ਜਨ ਆ ਗਏ। ਪੁੱਛਿਆ, ਭਾਈ ਲਹਿਣਾ ਜੀ ਜੋ ਗੁਰੂ ਅੰਗਦ ਦੇ ਰੂਪ ਵਿੱਚ ਸਨ, ਮਹਾਰਾਜ ਇੱਕ ਗੱਲ ਦੱਸੋ, ਗੁਰੂ ਨਾਨਕ ਪਾਤਸ਼ਾਹ ਕਦੀ ਕਿਸੇ ਅੱਗੇ ਨਹੀਂ ਝੁਕੇ, ਤੁਹਾਡੇ ਅੱਗੇ ਝੁਕ ਕੇ ਨਮਸਕਾਰ ਵੀ ਕੀਤੀ ਤੇ ਸੀਸ ਵੀ ਝੁਕਾਇਆ, ਇਹ ਗੱਲ ਠੀਕ ਹੈ ਕਿ ਜਾਂ ਗਲਤ ਹੈ? ਹਾਲਾਂਕਿ ਸਿੱਧ ਦੇਖ ਰਹੇ ਸਨ ਉਸ ਵੇਲੇ। ਸਾਹਿਬ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਦੀ ਨਿਮਰਤਾ, ਇਹ ਪੜ੍ਹਾਈ ਹੈ ਸਾਧ ਸੰਗਤ। ਮਹਾਰਾਜ ਮਨ ਵਿੱਚ ਸੋਚਦੇ ਨੇ
ਜੇ ਮੈਂ ਕਹਾਂ ਗੁਰੂ ਨਾਨਕ ਨੇ ਮੇਰੇ ਅੱਗੇ ਸੀਸ ਝੁਕਾਇਆ ਹੈ ਤੇ ਇਹ ਗੁਰੂ ਨਾਨਕ ਦੀ ਨਿਰਾਦਰੀ ਹੈ, ਤੇ ਜੇ ਮੈਂ ਕਹਿੰਦਾ ਨਹੀਂ ਝੁਕਾਇਆ ਤੇ ਝੂਠ ਹੈ ਫਿਰ, ਕਿਉਂਕਿ ਉਹਨਾਂ ਨੇ ਦੇਖਿਆ ਔਰ ਝੁਕਾਇਆ ਵੀ ਹੈ। ਤੋ ਜਿਹੜੇ ਇਸ ਲਾਈਨ ਦੇ ਪਾਂਦੀ ਹੁੰਦੇ ਨੇ, ਜਿਹੜੇ ਗੁਰੂ ਨਾਲ ਜੁੜਦੇ ਨੇ, ਉਹ ਉਸਤਤ ਗੁਰੂ ਦੀ ਅੱਗੇ ਕਰਦੇ ਨੇ। ਗੁਰੂ ਨੂੰ ਹਮੇਸ਼ਾ ਇੱਕ ਨੰਬਰ ਤੇ ਰੱਖਣਾ ਚਾਹੀਦਾ ਹੈ। ਕੋਈ ਕਾਰਜ ਹੋਵੇ, ਸੁੱਖ ਦਾ ਦੁੱਖ ਦਾ, ਗੁਰੂ ਨੂੰ ਮੁੱਖ ਰੱਖੋ। ਮੈਂ ਅਕਸਰ ਕਹਿੰਦਾ, ਖੁਸ਼ੀ ਘਰ ਵਿੱਚ ਆਈ, ਦਿੱਤੀ ਕਿਹਨੇ? ਉਸ ਪ੍ਰਭੂ ਪਰਮਾਤਮਾ ਨੇ, ਗੁਰੂ ਨੇ ਦਿੱਤੀ, ਤੇ ਗੁਰੂ ਨੂੰ ਸ਼ਾਮਲ ਕਰੋ। ਦੁੱਖ ਆਇਆ, ਦੁੱਖ ਨੂੰ ਕੱਟਣ ਦੀ ਸ਼ਮਤਾ ਕਿਹਦੇ ਵਿੱਚ ਹੈ? ਪਰਮਾਤਮਾ ਦੇ ਵਿੱਚ ਹੈ, ਤੇ ਫਿਰ ਉਸ ਪਰਮਾਤਮਾ ਨੂੰ ਸ਼ਾਮਿਲ ਕਰੋ। ਗੁਰਬਾਣੀ ਵੀ ਕਹਿੰਦੀ ਹੈ, ਦੁੱਖ ਤਿਸੈ ਪਿਆਕੀਏ, ਸੁਖ ਜਿਸੈ ਹੀ ਪਾਸ। ਭਾਈ ਦੁੱਖੜਾ ਆਪਣਾ ਉਹਨੂੰ ਕਹੋ ਨਾ ਜਿਹਦੇ ਕੋਲ ਸੁੱਖ ਹੈ। ਹੁਣੇ ਪੜ੍ਹਿਆ ਸੋਦਰ ਵਿੱਚ, ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰੇ। ਰੋਜ਼ ਪੜ੍ਹਨੇ ਆ, ਜਿਤੜੇ ਫਲ ਮਨ ਬਾਚੀਏ, ਤਿਤੜੇ ਸਤਿਗੁਰ ਪਾਸ, ਬਾਬੁਲ ਮੇਰਾ ਬੜ ਸਮਰੱਤਾ। ਬੜੀਆਂ ਪੰਕਤੀਆਂ ਨੇ। ਭਲਿਆ ਦੁੱਖ ਸੁੱਖ ਆਏ, ਗੁਰੂ ਨੂੰ ਸ਼ਾਮਲ ਕਰੋ। ਤੇ ਬੜਾ ਬਾ ਕਮਾਲ ਗੁਰੂ ਅੰਗਦ ਦੇਵ ਮਹਾਰਾਜ ਨੇ ਜਵਾਬ ਦਿੱਤਾ। ਕਹਿੰਦੇ, ਸਿੱਧ ਜਨੋ, ਤੁਸੀਂ ਕਹਿੰਦੇ ਹੋ ਗੁਰੂ ਨਾਨਕ ਪਾਤਸ਼ਾਹ ਮੇਰੇ ਅੱਗੇ ਝੁਕੇ ਨੇ। ਮੈਨੂੰ ਇੰਨਾ ਪਤਾ ਹੈ, ਮੈਂ ਗੁਰੂ ਨਾਨਕ ਦਾ ਪੁੱਤਰ ਹਾਂ, ਤੇ ਕਿਸੇ ਵੀ ਮਾਂ ਨੂੰ ਉਹਦੇ ਪੁੱਤਰ ਗੋਦ ਵਿੱਚ ਹੋਏਗਾ, ਤੇ ਜੇ ਉਹਨੂੰ ਪਿਆਰ ਕਰਨਾ ਹੋਏਗਾ ਤੇ ਸੁਭਾਵਕ ਹੈ ਉਹਨੂੰ ਝੁਕ ਕੇ ਹੀ ਪਿਆਰ ਕਰਨਾ ਪਵੇਗਾ। ਗੁਰੂ ਨਾਨਕ ਪਾਤਸ਼ਾਹ ਨੇ ਮੈਨੂੰ ਪਿਆਰ ਕੀਤਾ ਹੈ। ਤੁਸੀਂ ਸਮਝ ਰਹੇ ਹੋ ਝੁਕ ਗਏ ਨੇ, ਹੁਣ ਮਾਂ ਨੂੰ ਤੇ ਝੁਕਣਾ ਹੀ ਪਏਗਾ ਨਾ। ਮੈਂ ਅਕਸਰ ਇਹੀ ਬੇਨਤੀ ਕਰਨਾ, ਜਦੋਂ ਤੁਸੀਂ ਸੰਗਤ ਵਿੱਚ ਬੈਠਦੇ ਹੋ ਨਾ, ਇਹ ਸਮਝੋ ਤੁਸੀਂ ਗੁਰੂ ਦੀ ਗੋਦ ਵਿੱਚ ਬੈਠੇ ਹੋ। ਔਰ ਜਿੰਨਾ ਜਿੰਨਾ ਚਿਰ ਤੁਹਾਡਾ ਮਨ ਜੁੜਦਾ ਹੈ, ਉਵੇਂ ਉਵੇਂ ਗੁਰੂ ਪਾਤਸ਼ਾਹ ਤੁਹਾਨੂੰ ਝੁਕ ਝੁਕ ਕੇ ਪਿਆਰ ਕਰਦੇ ਨੇ। ਇਹ ਤੁਹਾਨੂੰ ਫੀਲ ਨਹੀਂ ਹੁੰਦਾ, ਪਰ ਜੋ ਤੁਸੀਂ ਜੋ ਗੁਰਬਾਣੀ ਪੜ੍ਹੋਗੇ, ਤੁਹਾਨੂੰ ਰਸ ਆਏਗਾ ਨਾ, ਉਸ ਵੇਲੇ ਕੀ ਹੋਏਗਾ? ਫਿਰ ਮਾਂ ਜਦੋਂ ਮਾਂ ਨੂੰ ਲਾਡ ਆਉਂਦਾ ਨਾ, ਤੇ ਉਹ ਪੁੱਤਰ ਨੂੰ ਝੁਕ ਝੁਕ ਕੇ ਚੁੰਮਦੀ ਹੈ। ਤੁਹਾਡੇ ਵੀ ਘਰਾਂ 'ਚ ਬੱਚੇ ਹੋਣ, ਕਿੰਨਾ ਪਿਆਰ ਆਉਂਦਾ ਜਦ ਬੱਚਾ ਤੋਤਲੀਆਂ ਗੱਲਾਂ ਕਰਦਾ ਹੈ, ਤੇ ਤੁਸੀਂ ਉਹਨੂੰ ਬਾਰ-ਬਾਰ ਚੁੰਮਦੇ ਹੋ ਨਾ, ਭਾਵੇਂ ਬੱਚਾ ਮਾਇਲਾ ਕੁਚੈਲਾ ਵੀ ਹੈ। ਤੇ ਜਦੋਂ ਤੁਸੀਂ ਸੰਗਤ ਕਰ ਰਹੇ ਹੁੰਦੇ ਹੋ, ਸਮਝ ਲਓ ਗੁਰੂ ਦੀ ਗੋਦ ਵਿੱਚ ਬੈਠੇ ਹੋ। ਬੱਚੇ ਹੋਰ ਵੀ ਨੇ, ਪਰ ਜਿਹੜਾ ਬੱਚਾ ਮਾਂ ਦੀ ਗੋਦ ਵਿੱਚ ਹੈ, ਉਹ ਜ਼ਿਆਦਾ ਸੁੱਖ ਮਾਣਦਾ ਹੈ। ਤਾਂ ਹੀ ਗੁਰੂ ਪਾਤਸ਼ਾਹ ਨੇ ਬਾਣੀ ਵਿੱਚ ਵੀ ਕਿਹਾ ਹੈ, ਰਾਖ ਰਾਖ ਸ਼ਰਨ ਪ੍ਰਭ ਆਪਣੀ, ਅਗਨ ਸਾਗਰ ਵਿਕਰਾਲਾ, ਨਾਨਕ ਕੇ ਸੁਖ ਦਾਤੇ ਸਤਿਗੁਰ, ਹਮ ਤੁਮਰੇ ਬਾਲ ਗੋਪਾਲਾ। ਮੈਂ ਤੇਰਾ ਬਾਲ ਹਾਂ। ਦੇਖੋ, ਬਾਲ ਹੋਵਾਂਗੇ, ਬੱਚੇ ਹੋਵਾਂਗੇ ਨਾ, ਤੇ ਮਹਾਂਪੁਰਖ ਕਹਿੰਦੇ ਸਨ ਬੱਚੇ ਰਹੋਗੇ, ਤੇ ਕਿੱਥੇ ਵੱਡੇ ਹੋ ਗਏ, ਆਪਣੇ ਆਪ ਨੂੰ ਵੱਡੇ ਬਣ ਗਏ, ਤੇ ਫਿਰ ਅਸੀਂ ਕਿੱਥੇ ਦੇ ਨਹੀਂ ਰਹਾਂਗੇ। ਤਾਂ ਹੀ ਗੁਰੂ ਸਾਹਿਬ ਨੇ ਸਾਡਾ ਨਾਮ ਸਿੱਖ ਪਾਇਆ। ਸਿੱਖ ਮੀਨਸ ਟਿਲ ਐਂਡ ਅਸੀਂ ਸਿੱਖਣਾ ਹੈ। ਜਿਸ ਦਿਨ ਕੋਈ ਸਿੱਖ ਕਹੇਗਾ ਮੈਂ ਸਿੱਖ ਗਿਆ, ਸਮਝ ਲੈਣਾ ਉਹ ਗੁਰੂ ਨਾਨਕ ਦਾ ਸਿੱਖ ਹੀ ਨਹੀਂ ਹੈ। ਮੈਨੂੰ ਖਿਮਾ ਕਰ ਦੇਣਾ। ਸਿੱਖ ਦੀ ਡੈਫੀਨੇਸ਼ਨ ਹੀ ਇਹੀ ਹੋਈ ਹੈ ਕਿ ਉਹ ਹਰ ਸਵਾਸ ਗੁਰੂ ਦੀ ਗੱਲ ਸਿੱਖ ਰਿਹਾ ਹੈ। ਫਿਰ ਗੁਰੂ ਸਿੱਖ ਬਣ ਜਾਏਗਾ ਜਦੋਂ ਸਿੱਖ ਕੇ ਉਹ ਗੁਰੂ ਦੀ ਮੋਹਰ ਲੱਗੇਗੀ। ਤੇ ਗੁਰੂ ਅੰਗਦ ਦੇਵ ਪਾਤਸ਼ਾਹ ਕਹਿੰਦੇ ਨੇ, ਇੱਕ ਮਾਂ ਬੱਚੇ ਨੂੰ ਚੁੰਮਦੀ ਹੈ, ਉਹ ਮਹਾਰਾਜ ਨੇ ਮੈਨੂੰ ਪਿਆਰ ਕੀਤਾ ਹੈ। ਤੁਸੀਂ ਸਮਝੋ ਭਾਵੇਂ ਜੋ ਮਰਜ਼ੀ, ਪਰ ਮੈਨੂੰ ਨੇ ਲਾਡ ਕੀਤਾ ਹੈ। ਤਾਂ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਜਦ ਇਹ ਗੱਲ ਕੀਤੀ ਤੇ ਸਾਰੀ ਸੰਗਤਾਂ ਨੇ ਪੁੱਛ ਲਿਆ, ਮਹਾਰਾਜ ਇੱਕ ਗੱਲ ਦੱਸੋ, ਤੁਸੀਂ ਕਿਸੇ ਬੱਚੇ ਨੂੰ ਵੀ ਲਾਲ ਨੂੰ ਮੱਥੇ ਤੇ ਚਰਨਾਂ ਤੇ ਨਹੀਂ ਚੁੰਮਿਆ, ਇਸ ਬੱਚੇ ਨੂੰ ਕਿਉਂ ਚੁੰਮਿਆ? ਮਹਾਰਾਜ ਕਹਿੰਦੇ ਦੋ ਕਾਰਨ ਨੇ।
ਇੱਕ ਵੱਡਾ ਕਾਰਨ ਇਹ ਵੇ ਕਿ ਜਦੋਂ ਇਸ ਨੇ ਗੁਰਿਆਈ ਲੈਣੀ ਹੈ ਨਾ, ਉਸ ਵੇਲੇ ਜਿਹੜੀ ਪ੍ਰਥਾ ਹੈ ਨਾ, 5 ਪੈਸੇ ਨਰੇਲ ਰੱਖ ਕੇ ਤੇ ਸਰਾਊਂਡਿੰਗ ਇੱਕ ਪਰਿਕਰਮਾ ਕਰਕੇ ਗੁਰਤਾ ਗੱਦੀ ਦਿੱਤੀ ਜਾਂਦੀ ਹੈ ਨਾ, ਉਸ ਵੇਲੇ ਇਹ ਰਸਮ ਮੈਂ ਹੁਣੇ ਹੀ ਅਦਾ ਕਰ ਰਿਹਾ। ਫਿਰ ਧਿਆਨ ਦੇਣਾ, ਜਦੋਂ ਮਹਾਰਾਜ ਗੁਰਤਾ ਗੱਦੀ ਤੇ ਸਨ ਬੈਠੇ, ਉਸ ਵੇਲੇ ਹਰਕ੍ਰਿਸ਼ਨ ਪਾਤਸ਼ਾਹ ਦਿੱਲੀ ਵਿੱਚ ਜੋਤੀ ਜੋਤ ਸਮਾ ਗਏ, ਤੇ ਜੋਤੀ ਜੋਤ ਸਮਾਨ ਤੇ ਸੁਭਾਵਕ ਹੈ ਕਿ ਸਰੀਰਿਕ ਤੌਰ ਤੇ ਉਹਨਾਂ ਨੂੰ ਉਹ ਪ੍ਰਕਿਰਿਆ ਨਹੀਂ ਕਰ ਪਾਏ, ਉਹ ਰਸਮ ਨਹੀਂ ਕਰ ਸਕੇ। ਤੇ ਮਹਾਰਾਜ ਨੇ ਕਿਹਾ ਇੱਕ ਵੱਡੀ ਗੱਲ ਇਹ ਵੇ, ਮੈਂ ਤਾਂ ਚੁੱਕਿਆ ਵਾਂ ਕਿ ਇਹ ਰਸਮ ਮੈਂ ਹੁਣ ਅਦਾ ਕਰ ਦਿੱਤੀ ਹੈ। ਤੇ ਇੱਕ ਗੱਲ ਇਹ ਵੇ ਕਿ ਇਹਦੇ ਘਰ ਵਿੱਚ ਉਹ ਸੂਰਬੀਰ ਪੈਦਾ ਹੋਣਾ ਹੈ, ਤੇਜ ਪ੍ਰਚੰਡ ਤੁਰੰਡ ਖਲਖੰਡ ਇਸਕੇ ਗ੍ਰਹਿ ਸੁਤ ਬਲਵੰਡ। ਇੱਕ ਬੜਾ ਹੀ ਸ਼ਕਤੀਸ਼ਾਲੀ ਇੱਕ ਪੁੱਤਰ ਪੈਦਾ ਹੋਣਾ ਇਹਦੇ ਘਰ, ਜਿਹੜੇ ਦੁਸ਼ਮਣਾਂ ਦੇ ਸਿਰ ਲਾ ਦੇਗਾ। ਇੱਕ ਨਵੇਕਲਾ ਸਿਧਾਂਤ ਖਾਲਸਾ ਦਾ ਲੈ ਕੇ ਆਏਗਾ, ਜੋ ਸਾਰੇ ਸੰਸਾਰ ਦੇ ਵਿੱਚ ਕੋਈ ਵੀ ਇਸ ਖਾਲਸੇ ਨੂੰ ਭੁਲਾ ਨਹੀਂ ਪਾਏਗਾ। ਤਾਂ ਮਹਾਰਾਜ ਨੇ ਇਹ ਦੋ ਜ਼ਿਕਰ ਕਰਕੇ ਅੱਜ ਦੇ ਦਿਨ ਗੁਰੂ ਸਾਹਿਬ ਦਾ ਪ੍ਰਕਾਸ਼ ਹੋਇਆ। ਸੰਗਤਾਂ ਵਧਾਈਆਂ ਦੇ ਰਹੀਆਂ ਨੇ ਮਾਤਾ ਨਾਨਕੀ ਨੂੰ। ਇਹ ਨਾਨਕੀ ਉਹ ਨਹੀਂ, ਬੇਬੇ ਨਾਨਕੀ ਵਾਲੀ ਨਹੀਂ, ਮਾਤਾ ਨਾਨਕੀ ਜਿਹੜੇ ਹਰਗੋਬਿੰਦ ਪਾਤਸ਼ਾਹ ਦੇ ਮਹਿਲ ਨੇ। ਗੁਰੂ ਦੀ ਵਾਈਫ ਕਹਿ ਕੇ ਅਸੀਂ ਨਹੀਂ ਕਹਿਣਾ, ਅਸੀਂ ਘਰ ਵਾਲੀ ਨਹੀਂ ਕਹੀਦਾ, ਇੱਕ ਰਿਸਪੈਕਟਡ ਵਰਡ ਨੇ, ਉਹ ਨੇ ਮਹਿਲ, ਗੁਰੂ ਦੇ ਮਹਿਲ ਨੇ। ਤਾਂ ਮਹਿਲ ਮਾਤਾ ਨਾਨਕੀ ਜੀ ਤੇ ਦਾਦੀ ਬੀਬੀ ਭਾਣੀ ਜੀ, ਜਿਨ੍ਹਾਂ ਦੇ ਮਨ ਵਿੱਚ ਅੱਜ ਬਹੁਤ ਖੁਸ਼ੀ ਹੈ, ਕਿਉਂਕਿ ਉਹ ਜਾਣਦੇ ਸਨ ਗੁਰੂ ਅਮਰਦਾਸ ਪਾਤਸ਼ਾਹ ਨੇ ਜਿਨ੍ਹਾਂ ਦੀ ਬੱਚੀ ਸਨ, ਉਹ ਸਾਰੀ ਉਹ ਵਰ ਲਿਆ ਸੀ ਜਦੋਂ ਇਹ ਸਾਰਾ ਕੁਝ ਉਸ ਵੇਲੇ ਸਮਝਾ ਦਿੱਤਾ ਸੀ ਕਿ ਇਸ ਤਰ੍ਹਾਂ ਸ਼ਹਾਦਤਾਂ ਹੋਣੀਆਂ ਨੇ, ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਹੋਣਾ ਹੈ, ਇਸ ਤਰ੍ਹਾਂ ਚਾਲ ਲਾਲ 2 ਸਰਹੰਦ ਦੀ ਤੇ 2 ਚਮਕੌਰ ਦੀ ਗੜੀ ਤੇ ਸ਼ਹੀਦ ਹੋਣੇ ਨੇ। ਤੇ ਅੱਜ ਇੱਕ ਅਲੱਗ ਹੀ ਖੁਸ਼ੀ ਹੁੰਦੀ ਹੈ, ਘਰ ਵਿੱਚ ਲਾਲ ਆਵੇ। ਤੇ ਮਹਾਰਾਜ ਕਹਿੰਦੇ ਨੇ ਫਿਰ ਖੁਸ਼ੀਆਂ ਮਨਾਈਆਂ, ਸ਼ਾਂਤ ਪਾਈ ਗੁਰ ਸਤਿਗੁਰ ਪੂਰੇ, ਸੁਖ ਉਪਜੇ ਬਾਜੇ ਅਨਹਦ ਤੂਰੇ, ਜਾਪ ਤਾਪ ਸੰਤਾਪ ਬਿਨਾਸੇ, ਹਰ ਸਿਮਰਤ ਕਿਲਬਿਕ ਸਭ ਨਾਸੇ, ਅਨੰਦ ਕਰੋ ਮਿਲ ਸੁੰਦਰ ਨਾਰੀ, ਗੁਰੂ ਨਾਨਕ ਮੇਰੀ ਪੈਜ ਸਵਾਰੀ। ਦੇਖੋ ਇਹ ਖੁਸ਼ੀ ਮਨਾਉਣ ਦੇ ਢੰਗ ਨੇ। ਮਹਾਰਾਜ ਨੇ ਕਿਹਾ ਖੁਸ਼ੀ ਮਨਾਉਣੀ ਹੈ ਨਾ, ਬੁਲਾਓ ਸੰਗਤ ਨੂੰ, ਬੈਠੋ ਬਿਠਾਓ ਗੁਰੂ ਦੀ ਹਜ਼ੂਰੀ ਦੇ ਵਿੱਚ, ਤੇ ਜਿੱਥੇ ਗੁਰੂ ਨੂੰ ਸ਼ਾਮਲ ਕਰੋ ਤੇ ਆਨੰਦ ਕਰੋ ਮਿਲ ਸੁੰਦਰ ਨਾਰੀ, ਗੁਰੂ ਨਾਨਕ ਮੇਰੀ ਪੈਜ ਸਵਾਰੀ। ਅੱਜ ਸਾਡੇ ਘਰਾਂ ਦੇ ਵਿੱਚ ਵੀ ਖੁਸ਼ੀਆਂ ਹੁੰਦੀਆਂ ਨੇ ਤੇ ਅਸੀਂ ਕੀ ਕਰਨੇ ਆ, ਢੋਲ ਧਮਾਕੇ ਡੀਜੇ ਤੇ ਮਾੜੀ ਚੀਜ਼ਾਂ ਦੀ ਵਰਤੋਂ ਕਰਕੇ ਪਰਮਾਤਮਾ ਦੀ ਦਿੱਤੀ ਖੁਸ਼ੀ ਦੇ ਰੰਗ ਦੇ ਵਿੱਚ ਅਸੀਂ ਭੰਗ ਪਾ ਦਿੰਦੇ ਆ। ਉਹਦੇ ਵਿੱਚ ਮੈਂ ਵੀ ਸ਼ਾਮਲ ਆ, ਤੁਹਾਡੇ ਵਿੱਚ ਵੀ ਬਹੁਤ ਗਿਣਤੀ ਹੋਏਗੀ ਜੋ ਗੁਰੂ ਨੂੰ ਭੁਲਾ ਕੇ ਆਪਣੀਆਂ ਖੁਸ਼ੀਆਂ ਇਸ ਕਦਰ ਮਨਾਈ ਦੀਆਂ ਨੇ। ਮੈਂ ਤਾਂ ਇਸ ਗੱਲ ਦਾ ਜ਼ਿਕਰ ਕਰ ਰਿਹਾ ਕਿ ਖੁਸ਼ੀ ਮਨਾਉਣ ਦਾ ਵੀ ਢੰਗ ਹੁੰਦੇ ਹਨ। ਤਾਂ ਗੁਰੂ ਮਹਾਰਾਜ ਅੱਜ ਦੇ ਦਿਨ ਇਸ 5ਵੇਂ ਲਾਲ ਗੁਰੂ ਜਿਹਦਾ ਨਾਮ ਰੱਖਿਆ ਤੇਗਮਲ, ਤੇ ਜਦ 14 ਸਾਲ ਦੀ ਉਮਰ ਸੀ, ਪਹਿਲੀ ਜੰਗ ਗੁਰੂ ਤੇਗ ਬਹਾਦਰ ਸਾਹਿਬ ਨੇ ਕਰਤਾਰਪੁਰ ਦੀ ਜੰਗ ਲੜੀ ਤੇ ਬੜੀ ਬਹਾਦਰੀ ਨਾਲ ਲੜੀ। ਤੇ ਉਸ ਜਿੱਤ ਦੇ ਅੰਦਰ ਫਿਰ ਜਿਹੜੀ ਉਸ ਕਿਰਪਾਨ ਦੇ ਨਾਲ, ਤੇਗ ਦੇ ਨਾਲ ਜੋ ਜੋਹਰ ਦਿਖਾਏ ਛੋਟੀ ਉਮਰ ਵਿੱਚ ਤੇਗਮਲ ਜੀ ਨੇ ਜਾਂ ਤਿਆਗਮਲ ਜੀ ਨੇ, ਮਹਾਰਾਜ ਨੇ ਵੇਖਦੇ ਹੋਏ ਉਹਨਾਂ ਦਾ ਨਾਮ ਤੇਗ ਬਹਾਦਰ ਰੱਖ ਦਿੱਤਾ। ਤੇਗ ਸਮਝਦੇ ਹੋ, ਬਹਾਦਰੀ ਵਾਲਾ। ਤਾਂ ਮਹਾਰਾਜ ਵਿੱਚ ਬਚਪਨ ਵਿੱਚ ਤੋਂ ਹੀ ਬੜਾ ਹੀ ਇੱਕ ਤਿਆਗ ਭਾਵਨਾ ਸੀ, ਬੈਰਾਗ ਦੀ ਮੂਰਤ ਸਨ, ਅਨੁਰਾਗ ਦੀ ਮੂਰਤ ਸਨ, ਔਰ ਇੱਕ ਪਰ ਉਪਕਾਰੀ ਇੱਕ ਉਹਨਾਂ ਦਾ ਜੀਵਨ ਸੀ, ਜਿਨ੍ਹਾਂ ਦੇ ਉਪਕਾਰ ਦੁਨੀਆ ਦੇ ਕਿਸੇ ਵੀ ਮਿਸਾਲ ਕਿਸੇ ਨਾਲ ਕੰਪੇਅਰ ਕਰਕੇ ਨਹੀਂ ਅਸੀਂ ਕਹਿ ਸਕਦੇ ਕਿ ਇਹਦੇ ਗੁਰੂ ਤੇਗ ਬਹਾਦਰ ਸਾਹਿਬ ਨੇ ਇਸ ਤਰ੍ਹਾਂ ਦਾ ਪਰਉਪਕਾਰ ਕੀਤਾ ਹੈ।
ਤਾਂ ਗੁਰੂ ਸਾਹਿਬ ਨੇ ਦੇਖੋ 4 ਤਰ੍ਹਾਂ ਦੇ ਕਾਰ ਹੁੰਦੇ ਨੇ। ਇੱਕ ਹੁੰਦਾ ਕਾਰ, ਇੱਕ ਬੇਕਾਰ, ਇੱਕ ਉਪਕਾਰ ਤੇ ਇੱਕ ਪਰ ਉਪਕਾਰ। ਕਾਰ ਹੁੰਦੀ ਹੈ ਜਿਹੜੇ ਅਸੀਂ ਸਾਰੇ ਕਰ ਰਹੇ ਹਾਂ ਕੰਮ ਕਾਜ, ਤੁਸੀਂ ਵੀ ਕਰ ਰਹੇ ਹੋ, ਮੈਂ ਵੀ ਕੰਮ ਕਾਜ ਲੱਗੇ ਹੋਏ, ਬਸ ਕੰਮ ਹੀ ਕਰਨਾ ਜਿੰਨੇ, ਉਹਨੂੰ ਹੋਰ ਕੋਈ ਵੀ ਦੁਨੀਆ ਦੀ ਹੋਰ ਕੋਈ ਪਰਮਾਤਮਾ ਦਾ ਨਾਮ ਨਹੀਂ, ਸਿਰਫ ਕੰਮ ਹੀ ਕਰਨਾ, ਉਹਨੂੰ ਕਾਰ ਉਸ ਸ਼੍ਰੇਣੀ ਵਿੱਚ ਆਉਂਦੇ ਨੇ। ਇੱਕ ਹੁੰਦੇ ਨੇ ਬੇਕਾਰ, ਜਿਹੜੇ ਫਜ਼ੂਲ ਦੇ ਕੰਮਾਂ ਦੇ ਵਿੱਚ ਲੱਗੇ ਨੇ, ਜਿਹਦਾ ਕੋਈ ਤੱਤ ਨਹੀਂ ਹੈ, ਮਾੜੇ ਕੰਮਾਂ ਵਿੱਚ ਲੱਗੇ ਹੋਏ ਨੇ ਔਰ ਜੀਵਨ ਦਾ ਇਹੀ ਮਨੋਰਥ ਬਣਾ ਕੇ ਆਪਣੇ ਜੀਵਨ ਨੂੰ ਚਲਾ ਰਹੇ ਨੇ। ਤੀਜੇ ਨੇ ਉਪਕਾਰ, ਉਹ ਕੰਮ ਵੀ ਚੰਗਾ ਕਰਦੇ ਨੇ, ਇਹ ਨਹੀਂ ਕਿ ਪਾਠ ਨਹੀਂ ਕਰਦੇ, ਸਭ ਕੁਝ ਕਰਦੇ ਨੇ, ਪਰ ਉਹ ਆਪਣੇ ਪਰਿਵਾਰ ਦੇ ਹੀ ਬਸ ਭਲੇ ਵਾਸਤੇ, ਆਪਣੀ ਹੀ ਸਵਾਰਥ ਵਾਸਤੇ ਕਰਦੇ ਨੇ। ਪਰ ਇੱਕ ਹੁੰਦੇ ਨੇ ਪਰ ਉਪਕਾਰੀ, ਜੋ ਮਹਾਰਾਜ ਨੇ ਕਿਹਾ ਜਨ ਪਰ ਉਪਕਾਰੀ ਆਏ, ਜੀ ਦਾਨ ਤੇ ਭਗਤੀ ਲਾਇਨ, ਹਰਸੋਂ ਲੈਣ ਮਿਲਾਏ। ਪਰ ਉਪਕਾਰ ਦਾ ਮਤਲਬ ਹੁੰਦਾ ਹੈ ਪਰ ਦੇ ਉੱਤੇ, ਪਰਾਏ ਦੇ ਉੱਤੇ, ਜਿਹੜਾ ਅਨਨੋਨ ਹੈ ਉਹਦੇ ਉੱਤੇ ਉਪਕਾਰ ਕਰਨਾ। ਇਹ ਬੜੀ ਵੱਡੀ ਗੱਲ ਹੈ। ਕਿਸੇ ਨੂੰ ਦੇਖ ਕੇ ਪਤੀਸ ਜਾਣਾ, ਕਿਸੇ ਨੂੰ ਦੇਖ ਕੇ ਅੰਦਰ ਤਰਸ ਭਾਵਨਾ ਆ ਜਾਣੀ, ਇਹ ਬੜੀ ਵੱਡੀ ਦਾਤ ਹੈ। ਕਈ ਵਾਰੀ ਕੋਈ ਰਿਸ਼ਤੇਦਾਰ ਕਿਸੇ ਪੱਖ ਤੋਂ ਨੀਵਿਆਂ ਜਾ ਰਿਹਾ ਹੁੰਦਾ ਹੈ, ਅਸੀਂ ਜੇ ਮਨ 'ਚ ਖੁਸ਼ੀ ਆ ਰਹੀ ਹੈ ਨਾ ਅੰਦਰ, ਤੇ ਸਮਝ ਲੈਣਾ ਅਸੀਂ ਉਸ ਪਰ ਉਪਕਾਰ ਦੀ ਸ਼੍ਰੇਣੀ ਵਿੱਚ ਨਹੀਂ ਆ, ਮਨੂੰ ਖਿਮਾ ਕਰ ਦੇਣਾ। ਭਾਵੇਂ ਗੁਰਦਿੱਤਾ ਜੀ ਦੀ ਸ਼ਾਦੀ ਸੀ, ਮਹਾਰਾਜ ਉਹਨੇ ਨੇ 8-9 ਸਾਲ ਦੀ ਏਜ ਸੀ, ਉਸ ਵੇਲੇ ਘਰੋਂ ਜਦ ਬਰਾਤ ਨਿਕਲੀ ਤੇ ਮਹਾਰਾਜ ਨੇ ਸੁੰਦਰ ਵਸਤਰ ਪਾਏ ਹੋਏ ਸਨ, ਤੇ ਮਹਾਰਾਜ 10-15-20 ਮਿੰਟ ਪਹਿਲਾਂ ਨਿਕਲ ਕੇ ਬਾਹਰ ਵੇਖਿਆ ਇੱਕ ਗਰੀਬ ਬੱਚੇ ਸਾਰੇ ਖੇਡਦੇ ਪਏ ਨੇ, ਤੇ ਮਹਾਰਾਜ ਨੇ ਇੱਕ ਬੱਚੇ ਨੂੰ ਸੁਭਾਵਕ ਹੀ ਪੁੱਛ ਲਿਆ, ਬੱਚਿਆ ਤੂੰ ਬਈ ਉਹਦਾ ਮਿੱਤਰ ਸਮਝ ਕੇ ਕਿ ਭਾਈ ਤੂੰ ਇਹ ਤਨ ਤੇ ਡਰੈਸ ਨਹੀਂ ਪਾਈ, ਤੇ ਉਸਨੇ ਬੜੇ ਪਿਆਰ ਵਿੱਚ ਕਿਹਾ ਤਿਆਗਮਲ ਜੀ, ਡਰੈਸਾਂ ਤੇ ਅਮੀਰ ਆਦਮੀ ਪਾਉਂਦੇ ਨੇ, ਗਰੀਬਾਂ ਕੋਲ ਤੇ ਕੁਝ ਵੀ ਨਹੀਂ ਹੁੰਦਾ, ਉਹਨਾਂ ਨੂੰ ਤੇ 2 ਵਕਤ ਦੀ ਰੋਟੀ ਮਿਲ ਜਾਏ ਉਹੀ ਬੜੀ ਵਧੀਆ। ਇੱਕ ਡਰੈਸ ਪਾਈ ਹੋਈ ਤਿਆਗਮਲ ਜੀ ਨੇ ਉਸੇ ਵੇਲੇ ਲਾ ਕੇ ਉਸ ਬੱਚੇ ਤੇ ਪਾ ਦਿੱਤੀ, ਤੇ ਘਰ ਐਵੇਂ ਹੀ ਆ ਗਏ। ਮਾਤਾ ਨਾਨਕੀ ਨੇ ਵੇਖਿਆ ਬਰਾਤ ਚੜ੍ਹਨ ਲੱਗੀ ਹੈ, ਤੇ ਤੇਗ ਬਹਾਦਰ ਜੀ ਬਿਨਾਂ ਡਰੈਸ ਤੋਂ ਪੁੱਛਿਆ, ਉਸ ਵੇਲੇ ਫਿਰ ਸਾਡੇ ਵਰਗਾ ਪਿਤਾ ਹੁੰਦਾ 2 ਚਪੇਟਾਂ ਵੀ ਲਾ ਦਿੰਦਾ। ਹਰਗੋਬਿੰਦ ਪਾਤਸ਼ਾਹ ਨੇ ਗਲੇ ਲਗਾ ਲਿਆ, ਕਹਿਣ ਲੱਗੇ ਇਸ ਬੱਚੇ ਨੇ ਇੱਕ ਕਿਸੇ ਦੀ ਪਾਤੀ ਨਹੀਂ ਕੱਜੀ, ਕਿਸੇ ਦਾ ਸਰੀਰ ਹੀ ਨਹੀਂ ਕੱਜਿਆ, ਇੱਕ ਸਮਾਂ ਆਏਗਾ ਇਹ ਆਪਣੇ ਸਰੀਰ ਰੂਪੀ ਕੱਪੜੇ ਦਾ ਸਾਰੇ ਭਾਰਤ ਵਰਸ਼ ਦੀ ਇੱਜ਼ਤ ਨੂੰ ਟਕੇਗਾ। ਦੇਖੋ ਅੱਜ ਗੁਰੂ ਤੇਗ ਬਹਾਦਰ ਬਾਬਾ ਜੀ ਦੇ ਕੁਰਬਾਨੀ ਨਾ ਹੋਈ ਹੁੰਦੀ ਨਾ, ਤੇ ਮੈਨੂੰ ਮੈਂ ਸਮਝਣਾ ਵਾਂ ਅੱਜ ਇੱਥੇ ਮੰਦਰਾਂ ਦੇ ਵਿੱਚ ਟੱਲ ਨਾ ਖੜਕ ਰਹੇ ਹੁੰਦੇ, ਅਸੀਂ ਬੈਠ ਕੇ ਗੁਰਬਾਣੀ ਨਹੀਂ ਪੜ੍ਹ ਰਹੇ ਹੁੰਦੇ, ਇੱਥੇ ਸਾਰਾ ਹੀ ਇਸਲਾਮ ਧਰਮ ਹੋਣਾ ਸੀ। ਅੱਜ ਜਿਹੜੇ ਕਹਿੰਦੇ ਨਾ ਅਸੀਂ ਗਰਵ ਨਾਲ ਕਹੋ ਅਸੀਂ ਹਿੰਦੂ ਹਾਂ, ਅਸੀਂ ਵੀ ਕਹਿੰਦੇ ਹਾਂ ਮਾਨ ਨਾਲ ਕਹੀਏ ਅਸੀਂ ਸਿੱਖ ਹਾਂ, ਨਾ ਸਿੱਖ ਰਹਿਣਾ ਸੀ ਨਾ ਮਾਨ ਰਹਿਣਾ ਸੀ। ਤਿਲਕ ਜੰਜੂ ਰਾਖਾ ਪ੍ਰਭ ਤਾਪਕਾ, ਕੀਨੋ ਵੱਡੋ ਕੱਲੂ ਮੈਂ ਸਾਕਾ, ਸਾਧਨ ਹੇਤ ਇਤੀ ਜਿਨ ਕਰੀ, ਸੀਸ ਦਿਆ ਪਰ ਸੀਨਾ ਉਚਰੀ, ਧਰਮ ਹੇਤ ਸਾਕਾ ਜਿਨ ਕੀਆ, ਸੀਸ ਦਿਆ ਪਰ ਸਿਰ ਨਾ ਦਿਆ। ਇਹਨੂੰ ਕਹਿੰਦੇ ਨੇ ਪਰ ਉਪਕਾਰ। ਉਹ ਪੰਡਤ ਲੋਕ ਦੇਖੋ ਕਿਸੇ ਧਰਮ ਦੇ ਅੰਦਰ ਸ਼ਹਾਦਤ ਨਾ ਹੋਣਾ, ਉਹ ਧਰਮ ਜਲਦੀ ਡੁੱਬ ਜਾਂਦੇ ਨੇ। ਮੈਂ ਕਈ ਵਾਰੀ ਪਾਰਸੀਆਂ ਦਾ ਇਤਿਹਾਸ ਪੜ੍ਹਨਾ ਨਾ, ਕੋਈ ਵੀ ਸ਼ਹਾਦਤ ਨਹੀਂ ਸੀ ਉਹਨਾਂ ਦੇ ਧਰਮ ਵਿੱਚ, ਫੇਲ ਹੋ ਗਏ। ਜੈਨ ਧਰਮ ਇੱਕ ਸਮਾਂ ਸੀ ਹਿੰਦੁਸਤਾਨ ਵਿੱਚ ਬੋਲਬਾਲਾ ਸੀ, ਪਰ ਸ਼ਹਾਦਤ ਹੈ ਹੀ ਨਹੀਂ ਸੀ ਉਹਨਾਂ ਦੇ ਧਰਮ ਦੇ ਵਿੱਚ। ਅੱਜ ਕਾਫੀ ਹੱਦ ਤੱਕ ਅਲੋਪ ਹੋ ਗਏ ਨੇ। ਬੁੱਧ ਦੀ ਇਸ ਧਰਮ ਦੀ ਇਸ ਇੰਡੀਆ ਤੋਂ ਸਥਾਪਨਾ ਹੋਈ, ਪਰ ਉਹਨਾਂ ਦਾ ਕੋਈ ਇਤਿਹਾਸ, ਕੋਈ ਸ਼ਹਾਦਤ ਨਹੀਂ ਸੀ। ਪਰ ਸਾਡੇ ਇਤਿਹਾਸ ਵੇਖ ਲਓ,
ਸਾਡੀ ਕੌਮ ਹਰ ਵੇਲੇ ਸ਼ਹਾਦਤ ਦਾ ਜਾਮ ਪੀਣ ਵਾਸਤੇ ਤਿਆਰ ਹੈ। ਦੇਖੋ ਔਰੰਗਜ਼ੇਬ ਉਸ ਹੱਦ ਤੱਕ ਪਹੁੰਚ ਗਿਆ ਕਿ ਕੋਈ ਮੰਦਰ ਨਹੀਂ ਰਹਿਣ ਦੇਣਾ, ਕੋਈ ਸੰਸਾਰ ਇਸ ਭਾਰਤ ਵਰਸ਼ ਵਿੱਚ ਹਿੰਦੂ ਨਹੀਂ ਰਹਿਣ ਦੇਣਾ। ਉਹਨੇ ਇਤਿਹਾਸ ਗਵਾਇਆ ਕਿ 1.25 ਮਨ ਜਨੇਊ ਉਤਾਰ ਕੇ ਤਾਂ ਰੋਟੀ ਖਾਂਦਾ ਸੀ। 1.25 ਮਨ, ਇੱਕ ਜਨੇਊ ਦਾ ਕਿੰਨਾ ਕੁ ਵਜਨ ਹੋਣਾ? 4 ਗ੍ਰਾਮ 5 ਗ੍ਰਾਮ, 3 ਧਾਗੇ ਦਾ 5 ਧਾਗੇ 4 ਧਾਗੇ ਜਿਹੜੇ ਜਨੇਊ ਪਾਉਂਦੇ ਨੇ, ਇਹ ਵੀ ਵੰਡੇ ਹੋਏ ਸਨ ਉਹਨਾਂ ਨੇ ਕਿ ਸ਼ੂਦਰ ਵਾਸਤੇ ਇਹ ਵੇ ਧਾਗਾ, ਬ੍ਰਾਹਮਣ ਵਾਸਤੇ ਇਹ ਧਾਗਾ ਵੇ। ਪਰ ਗੁਰੂ ਸਾਹਿਬ ਦੀ ਦੇਖੋ ਸਾਡੇ ਤੇ ਬਖਸ਼ਿਸ਼, ਗਾਤਰਾ ਮਿਲਦਾ ਸਾਨੂੰ ਇੱਕੋ ਜਿਹਾ ਹੀ ਮਿਲਦਾ ਹੈ। ਇਹ ਨਹੀਂ ਕਹਿੰਦੇ ਕਿ ਇਹ ਵਾਲਾ ਗਾਤਰਾ ਉੱਚੀ ਜਾਤ ਦਾ ਹੈ। ਇਹੀ ਭਰਮ ਪੜ੍ਹਾਉਣ ਵਾਸਤੇ ਗੁਰੂ ਸਾਹਿਬ ਨੇ ਅੰਮ੍ਰਿਤਪਾਨ ਕਰਵਾਇਆ। ਇਹ ਜਾਤ ਪਾਤ ਦਾ ਕੋਡ ਹੀ ਕੱਢਿਆ। ਇਹ ਧਰਮ ਦੀ ਵੰਡ ਇਹ ਲੋਕਾਂ ਨੇ ਆਪਣੀਆਂ ਦੁਕਾਨਾਂ ਚਲਾਉਣ ਵਾਸਤੇ ਇੱਕ ਬਈ ਤੂੰ ਸ਼ੁੱਧਰ ਹੈ। ਮੈਂ ਕਹਿੰਦਾ ਅਸੀਂ ਸ਼ੁਕਰਗੁਜ਼ਾਰ ਹਾਂ ਗੁਰੂ ਦੇ। ਅੱਜ ਤੋਂ 540 ਸਾਲ ਪਹਿਲੇ ਸਾਡੇ ਦਾਦੇ ਪੜਦਾਦਿਆਂ ਜਿਹੜੇ ਬਜ਼ੁਰਗਾਂ ਨੂੰ ਕੋਈ ਨੀਵੀਂ ਜਾਤਾਂ ਸਮਝ ਕੇ ਸਾਨੂੰ ਕੋਈ ਗੱਲ ਨਹੀਂ ਲਗਾਉਂਦਾ ਸੀ। ਗੁਰੂ ਸਾਹਿਬ ਨੇ ਸਾਰਿਆਂ ਨੂੰ ਇਕੱਠਿਆਂ ਕਰਕੇ ਛੀਬੇ, ਨਾਈ, ਨੀਵੀਂ ਤੋਂ ਨੀਵੀਂ ਜਾਤਾਂ ਨੂੰ ਇਕੱਠਿਆਂ ਕਰਕੇ ਉਹਨਾਂ ਨੂੰ ਪਾਤਸ਼ਾਹੀਆਂ ਦਿੱਤੀਆਂ। ਦੇਖੋ ਸਾਡੇ ਅਗਰ 540 ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਤੋਂ ਪਹਿਲਾਂ ਸਾਡਾ ਪਿਛੋਕੜ ਦੇਖੋ ਨਾ, ਅਸੀਂ ਜਿਸ ਖੂਹ ਦੇ ਵਿੱਚੋਂ ਪਾਣੀ ਲੈਣਾ ਹੁੰਦਾ ਸੀ ਨਾ, ਉਸ ਖੂਹ ਤੇ ਬ੍ਰਾਹਮਣ ਨਹੀਂ ਆਉਂਦਾ ਸੀ। ਤੇ ਜੇ ਬ੍ਰਾਹਮਣ ਦੇ ਕੋਲੋਂ ਸਾਡੇ ਬਜ਼ੁਰਗ ਲੰਘ ਜਾਂਦੇ ਸਨ ਨਾ, ਤੇ ਬ੍ਰਾਹਮਣ ਆਪਣੇ ਆਪ ਨੂੰ ਪਿੱਟਿਆ ਕਹਿੰਦਾ ਸੀ, ਘਰ ਜਾ ਕੇ ਨਹਾਉਂਦਾ ਸੀ। ਤੇ ਉਹਨਾਂ ਨੂੰ ਇੰਨਾ ਨੀਵਾਂ ਦਿੱਤਾ ਸੀ, ਸਮਝ ਰੱਖਿਆ ਸੀ। ਪਰ ਗੁਰੂ ਪਾਤਸ਼ਾਹ ਤੇ ਅਸੀਂ ਬਲਿਹਾਰ ਜਾਈਏ, ਸਾਨੂੰ ਪਾਤਸ਼ਾਹੀਆਂ ਦੇ ਦਿੱਤੀਆਂ। ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ। ਮਹਾਰਾਜ ਕਹਿੰਦੇ ਮੈਂ ਤੈਨੂੰ ਰੂਪ ਹੀ ਐਸਾ ਦਾਂਗਾ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੋ ਨਿਵਾਸ। ਉਸ ਔਰੰਗਜ਼ੇਬ ਨੇ ਵੱਡੇ ਵੱਡੇ ਮੰਦਰ ਤੱਕ ਬੰਦ ਕਰਾ ਦਿੱਤੇ, ਜਗਨਨਾਥ ਦਾ, ਸੋਮਨਾਥ ਦਾ ਮੰਦਰ। ਪਰ ਕਿਸੇ ਵਿੱਚ ਇਤਨੀ ਕੋਈ ਹਿੰਮਤ ਨਹੀਂ ਸੀ। ਹਾਲਾਂਕਿ ਸਨਾਤਨੀ ਧਰਮ ਦੇ ਲੋਕਾਂ ਦੀ ਗਿਣਤੀ ਜ਼ਿਆਦਾ ਸੀ, ਪਰ ਕੋਈ ਮਰਦ ਗਮੜਾ ਨਹੀਂ ਸੀ ਉਹਨਾਂ ਵਿੱਚ, ਕੋਈ ਆਵਾਜ਼ ਉਠਾਉਣ ਵਾਲਾ। ਤੇ ਔਰੰਗਜ਼ੇਬ ਨੇ ਇੱਕ ਦਿਨ ਸੋਚਿਆ ਜੇ ਮੈਂ ਇਸ ਤਰ੍ਹਾਂ ਉਤਾਰਦਾ ਰਿਹਾ ਤੇ ਸਮਾਂ ਬਹੁਤ ਲੱਗ ਜਾਣਾ, ਕਿਉਂ ਨਾ ਮੈਂ ਆਗੂਆਂ ਨੂੰ ਹੀ ਫੜ ਲਵਾਂ। ਦੇਖੋ ਕਿਸੇ ਧਰਮ ਨੂੰ ਢਾਹ ਲਾਣੀ ਹੋਵੇ ਨਾ, ਤੇ ਉਸ ਦੇ ਵੱਡੇ ਵਡੇਰਿਆਂ ਨੂੰ ਫੜ ਲਓ। ਗੁਰੂ ਨਾਨਕ ਪਾਤਸ਼ਾਹ ਜਦੋਂ ਜਾਂਦੇ ਸਨ ਨਾ, ਇੱਕ ਵੱਡੇ ਵਡੇਰੇ ਨੂੰ ਫੜ ਲੈਂਦੇ ਸਨ, ਉਹ ਫਿਰ ਪਿੰਡ ਮਹਾਰਾਜ ਦੇ ਨਾਲ ਆਪੇ ਹੀ ਲੱਗ ਜਾਂਦਾ ਸੀ। ਜਿਸ ਤਰ੍ਹਾਂ ਭੂਮੀਏ ਦੇ ਕੋਲ ਗਏ, ਇੱਕੋ ਭੂਮੀਏ ਨੂੰ ਫੜ ਲਿਆ। ਸੱਜਣ ਕੋਲ ਗਏ, ਉਸ ਨਗਰੀ ਦੇ ਇੱਕੋ ਵਲੀ ਕੰਧਾਰੀ ਕੋਲ ਗਏ, ਕੋਡੇ ਰਾਕਸ਼ ਕੋਲ ਗਏ, ਤਾਂ ਇੱਕ ਨੂੰ ਫੜ ਲਿਆ, ਪਿੰਡ ਸਾਰਾ ਆਪੇ ਹੀ ਹੋ ਗਿਆ। ਹੁਣ ਜਦੋਂ ਔਰੰਗਜ਼ੇਬ ਨੇ ਜਿੰਨੇ ਆਗੂ ਨੂੰ ਕਾਂਸ਼ੀ ਤੋਂ ਫੜਨ ਲੱਗੇ ਨਾ, ਇਹ ਛੁਪ ਕੇ ਨਾ ਅਮਰਨਾਥ ਦੀ ਗੁਫਾ 'ਚ ਚਲੇ ਗਏ, ਕਿਉਂਕਿ ਕੋਈ ਸਹਾਇਤਾ ਕਰਨ ਵਾਲਾ ਨਹੀਂ ਸੀ। ਇਹ ਤੇ ਬਲਿਹਾਰ ਜਾਈਏ, ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਜਿਹਨੂੰ ਮਹਾਰਾਜ ਨੇ ਸਾਨੂੰ ਸੰਤ ਸਿਪਾਹੀ ਬਣਾਇਆ ਹੈ, ਕਿੱਥੇ ਦੀ ਆੜ ਲੈਣ ਦੀ, ਕਿੱਥੇ ਡਰਨ ਦੀ ਨਹੀਂ। ਅੱਜ ਗੁਰੂ ਤੇਗ ਬਹਾਦਰ ਸਾਹਿਬ ਦਾ ਗੁਰਪੁਰਬ ਮਨਾ ਰਿਹਾ ਨਾ, ਇਹੀ ਬਾਣੀ ਕਹਿੰਦੀ ਹੈ, ਪੈ ਕਾਹੂ ਕੋ ਦੇਤ ਨੈ ਪੈ ਮਾਨਤ ਆਣ। ਭਾਈ ਨਾ ਤੂੰ ਕਿਸੇ ਕੋਲ ਡਰ ਤੇ ਨਾ ਕਿਸੇ ਕੋਲ ਡਰਾ ਕਿਸੇ ਨੂੰ। ਤਾਂ ਗੁਰੂ ਸਾਹਿਬ ਨੇ ਇਹ ਸਾਨੂੰ ਇੱਕ ਬੜੀ ਵੱਡੀ ਐਸਾ ਸਾਡੇ ਨੂੰ ਇੱਕ ਫਲਸਫਾ ਦਿੱਤਾ ਹੈ, ਐਸਾ ਸਾਨੂੰ ਇੱਕ ਸਿਧਾਂਤ ਦੇ ਦਿੱਤਾ ਹੈ ਕਿ ਭਾਈ ਤੂੰ ਪਰਮਾਤਮਾ ਦੇ ਡਰ ਤੋਂ ਇਲਾਵਾ ਕਿਸੇ ਕੋਲੋਂ ਨਾ ਡਰ। ਨਿਰਭਉ ਜਪੈ ਸਗਲ ਭਉ ਮਿਟੈ। ਤਾਂ ਸਾਰੇ ਚਲੇ ਗਏ ਅਮਰਨਾਥ ਦੀ ਕੋਲ। ਤੇ ਉਹਨੇ ਕੀ ਸੋਚਿਆ ਔਰੰਗਜ਼ੇਬ ਨੇ, ਕਿਉਂ ਨਾ ਮੈਂ ਕਸ਼ਮੀਰ ਹੀ ਜਾ ਕੇ ਇਹਨਾਂ ਨੂੰ ਹੀ ਫੜ ਕੇ ਇਹਨਾਂ ਨੂੰ ਹੀ ਜਬਰਨ ਬਣਾ ਦੇਣਾ ਵਾ, ਤੇ ਫਿਰ ਕੀ ਹੋਏਗਾ, ਸਾਰੇ ਹੀ ਬਣ ਜਾਣਗੇ ਆਪੇ ਹੀ। ਹੁਣ ਦੇਖੋ ਸਰਦਾਰ ਹੀ ਕੋਈ ਫੜਿਆ ਜਾਏ ਮੇਨ, ਹੁਣ ਸਾਡਾ ਅਕਾਲ ਤਖਤ ਹੈ, ਇਹ ਕਿਉਂ ਢਾਂਦੇ ਨੇ ਬਾਰ-ਬਾਰ, ਕਿਉਂ ਇਹਦੇ ਉੱਤੋਂ? ਕਿਉਂਕਿ ਇੱਥੋਂ ਸਾਡੀ ਆਵਾਜ਼ ਆਣੀ ਹੈ, ਇੱਥੋਂ ਸਾਡਾ ਹੁਕਮਨਾਮਾ ਜਾਰੀ ਹੋਣਾ ਹੈ। ਤੇ ਇਹ ਕਹਿੰਦੇ ਨੇ ਕਈ ਵਾਰੀ ਢਾਇਆ ਗਿਆ, 84 'ਚ ਵੀ ਢਾਇਆ ਗਿਆ, 85 'ਚ ਗੌਰਮੈਂਟ ਨੇ ਬਣਾਇਆ ਵੀ, ਪਰ ਸਿੱਖਾਂ ਨੇ ਆਪਸੀ ਸਲਾਹ ਮਸ਼ਵਰਾ ਕਰਕੇ ਕਿ ਅਸੀਂ ਗੌਰਮੈਂਟ ਦੇ ਪੈਸੇ ਨਾਲੋਂ ਅਸੀਂ ਆਪਣਾ ਅਕਾਲ ਤਖਤ ਨਹੀਂ ਬਣਾਉਣਾ, ਉਹ ਫਿਰ ਢਾਇਆ ਗਿਆ। 86 ਵਿੱਚ ਸੰਗਤਾਂ ਨੇ ਫਿਰ ਉਸ
अकाल तखत की सिरजना की, क्योंकि वो अकाल है, काल तो रहत तखत है, उतों आवाज़ आनी है। क्योंकि औरंगजेब ने कहा सी दिल्ली तो उच्चा कोई तखत ना होवे, महाराज कहते ने मेरा तखत भी उच्चा होएगा। कोई दस्तार नहीं बन सकता सी, महाराज कहते ने दस्तार भी सजावांगे। कोई घोड़े की सवारी नहीं कर सकता सी, महाराज कहते ने असी घोड़े की सवारी भी करांगे। कोई शस्त्र नहीं रख सकता सी, महाराज ने शस्त्र भी रखे। ये चीज़ां की ने? ये डरन वालियां नहीं है, क्योंकि जे संसार विच जीना है तो परमात्मा तो इलावा और किसी को नहीं डरना। तो सारे पंडित किरपा राम की अगुवाई विच तां आनंदपुर साहिब आए, अपनी जोधड़ी बेनती की कि असी बड़ी मुश्किल विच आ। ते उस वेले महाराज ने यह नहीं पूछा तुसी किस धर्म दे हो। जे उस वेले मुसलमान भी कोई आ जाता तो इनू परोपकारी कहते हैं। तो महाराज ने उन्होंने फिर बांह फड़ी, बाहें जिन्हों की पकड़िए सिर दीजे बाह न छोड़िए। मैं अपने मन की विचार करना, तुसी अपने मन की विचार करो कि गुरु साहब ने कश्मीरी पंडितों की बांह फड़ के महाराज ने बचन भी कर दिता कि जाओ उन्होंने कह दो औरंगजेब नूं जे गुरु तेग बहादुर बाबा जी नूं ओ इस्लाम बना देंगे, इस्लाम धर्म में परिवर्तित कर देंगे, असी सारे हिंदू मुसलमान बन जाएंगे। पर महाराज ने उत्थे धोखा नहीं किया, उन्होंने बांह पकड़ी ते अपना सीस भी निभा के उस वादे नूं पूरा किया। ते अज अगर असी अपने ते ढुकाइए, असी बांह फड़ाइए गुरु तेग बहादुर बाबा जी नूं। हुण तुसी पुछोगे बांह फड़ानी की है? बांह फड़ाउण दा मतलब है नितनेम करना। जदों तुसी नितनेम रोज़ करते हो ना, तां ही अमृत छका के गल कही दी है कि भाई नितनेमी बनो। इहदा मतलब है कि तुसी अपनी बांह गुरु नूं फड़ा लैनी है, ते फिर गुरु नितनेमी बंदे दी बांह फड़ के उहनूं दरगाह तक उहदा साथ देगा। सतगुर सिक्का हालत पलत सवारे, नानक सतगुर सिख को जी नाल समारे। जे बांह उन्हां दी पकड़ लई कश्मीरी पंडितां दी, ते महाराज ने दिल्ली विच आके सीस देन तो बाद भी बांह नहीं छड्डी। अज औरंगजेब नूं मैं कहना ये साडी बड़ी बदकिस्मती है, और मैनूं कहन भी देना कि जिन्हां इन्हां कुकर्मी राजियां ने इन्हां दियां धीआं भैणां दी इज्जत लुट्टी, इन्हां नूं मारिया, इन्हां दी गैरत और अणख नूं खत्म किया। अज दिल्ली विच जदों मैं औरंगजेब रोड वेखना वा ना, मेरे कलेजे नूं बड़ा कुछ होंदा है। मैं कहना ये कहंदे ने एहसान फरमोश ने। अज दिल्ली का नाम की, मैं कहना हिंदुस्तान का नाम भी गुरु तेग बहादुर साहब के नाम पर होना चाहिए है। अज दिल्ली का तो खास तौर पर होना चाहिए है। उस धरती ते आके जिहदा महाराज का तलक ही नहीं सी, पर महाराज ने बांह फड़ी। पर अज उही अकिरत घन लोग किसी टाइम सिखां दे उत्ते जदों हमले करते हैं ना, मन नूं बड़ी ठेस पहुंचती है। इनू कहंदे ने एहसान फरमोश। एक बारी धरती रो पई, धरती कोलों पुछया क्यों रो पई है? वो कहंदी सारियां ने पुछया वाहिगुरु वाहिगुरु वाहिगुरु। वाहिगुरु वाहिगुरु। हाँ जी हाँ जी, आ गई आवाज वीर जी। ते अज असी एहसान फरमोश हाँ। धरती रो पई, पुछया क्यों रो पई है? तैनूं नदियां दा भार लग रहा है, तैनूं ये वनस्पति दा भार लग रहा है, तैनूं वड्डियां वड्डियां बिल्डिंगां दा भार लग रहा है, पहाड़ां दा भार लग रहा है। धरती कहंदी मैनूं किसे दा भार नहीं लग रहा। भारी भूई अकिरत कणा मंदी हूँ मंदा, मैं उन्हां अकिरत कणा दे भार नूं नहीं सह पा रही।
ਅਕਿਰਤ ਘਨ ਕੌਣ ਹੁੰਦੇ ਨੇ? ਜਿਹੜੇ ਕੀਤੀ ਨੂੰ ਨਾ ਜਾਣਨ। ਤੁਸੀਂ ਕਿਸੇ ਰਿਸ਼ਤੇਦਾਰ ਦੀ ਮਦਦ ਕਰੋ ਔਰ ਉਹਨੂੰ ਇੱਕ ਫਾਈਨੈਂਸ਼ੀਅਲ ਹੈਲਪ ਕਰਕੇ ਉਹਨੂੰ ਬੜਾ ਉੱਚਾ ਉਠਾ ਦਿਓ, ਅਤੇ ਜਦ ਉਹ ਤੁਹਾਨੂੰ ਮੂੰਹ ਵਿਖਾ ਦੇ ਤੇ ਤੁਹਾਨੂੰ ਕੀ ਫੀਲ ਹੋਏਗਾ? ਉਹਨੂੰ ਕਹਿੰਦੇ ਨੇ ਕਿਰਤ ਘਨ। ਅੱਜ ਤੁਹਾਡਾ ਰੁਮਾਲ ਗਿਰ ਜਾਏ ਨਾ, ਤੁਹਾਨੂੰ ਕੋਈ ਚੁੱਕ ਕੇ ਦੇਵੇ, ਤੁਸੀਂ ਕੀ ਕਹਿੰਦੇ ਹੋ? ਥੈਂਕਸ। ਪਰ ਜਿਹਨੇ ਤੁਹਾਡੀ ਅਜ਼ਮਤ ਨੂੰ, ਜਿਹਨੇ ਤੁਹਾਡੀ ਧਰਮ ਦੀ ਰੱਖਿਆ ਕੀਤੀ, ਅੱਜ ਮੈਂ ਕਹਿੰਦਾ ਅਸੀਂ ਅਹਿਸਾਨ ਫਰਮੋਸ਼ ਹੀ ਹਾਂ, ਪਰ ਕੁਛ ਜਾਗਰੂਕਤਾ ਆ ਰਹੀ ਹੈ। ਅੱਜ ਇਸ ਇਤਿਹਾਸ ਨੂੰ ਜਦ ਸੰਸਾਰ ਤੱਕ ਪਹੁੰਚਿਆ ਗਿਆ, ਅੱਜ ਦਾ ਦਿਨ ਵੀ ਬੜਾ ਖੁਸ਼ੀ ਵਾਲਾ ਹੈ। ਚਲੋ ਕਿ ਅੱਜ ਉਸੇ ਜਿੱਥੋਂ ਦੀ ਇਹ ਦੇਗਾ ਗਈ ਸੀ ਨਾ, ਉਹ ਲਾਲ ਕਿਲੇ ਤੋਂ ਗਈ ਸੀ। ਫਿਰ ਧਿਆਨ ਦੇਣਾ, ਜਦੋਂ ਮਹਾਰਾਜ ਦਾ ਸੀਸ ਕਲਮ ਕਰਨਾ ਸੀ ਨਾ, ਤੇ ਇਹ ਲਾਲ ਕਿਲੇ ਤੋਂ ਹੀ ਇਹ ਦੇਗ ਜਾ ਕੇ ਉੱਥੇ ਗਈ ਸੀ। ਅੱਜ ਉਸੇ ਲਾਲ ਕਿਲੇ ਤੇ ਦੇਖੋ ਸੰਗਤਾਂ ਦਾ ਇਕੱਠ ਹੈ, ਇੱਕ ਹੜ੍ਹ ਆਇਆ ਹੋਇਆ ਹੈ। ਸਮਝ ਆਉਂਦੀ ਹੈ, ਪਰ ਕਦੀ ਵੀ ਅਹਿਸਾਨ ਫਰਮੋਸ਼ ਨਾ ਹੋਈਏ। ਤੋ ਮਹਾਰਾਜ ਨੇ ਉਹਨਾਂ ਦੀ ਬਾਂਹ ਫੜੀ ਤੇ ਅੱਜ ਹਿੰਦੂ ਧਰਮ ਦੀ ਰੱਖਿਆ ਕੀਤੀ। ਭਾਵੇਂ ਅਸੀਂ ਹਿੰਦ ਦੀ ਚਾਦਰ ਕਹਿੰਦੇ ਹਾਂ, ਪਰ ਪੂਰੇ ਹੀ ਇੱਕ ਮਨੁੱਖਤਾ ਨੂੰ ਚਾਦਰ ਦਿੱਤੀ। ਮੈਂ ਕਹਿੰਦਾ ਇੱਕ ਸੰਦੇਸ਼ ਦਿੱਤਾ, ਐਸਾ ਇਤਿਹਾਸ ਵਿੱਚ ਕਿੱਥੇ ਵੀ ਨਹੀਂ ਹੈ। ਦੇਖੋ ਜਦ ਈਸਾ ਮਸੀਹ ਨੂੰ, ਜਦ ਉਹਨੂੰ ਸ਼ਹੀਦ ਕਰਨ ਜਾ ਰਹੇ ਸਨ ਨਾ, ਉਹਨੂੰ ਦੀਵਾਰ ਤੇ ਖੜਾ ਕਰਕੇ ਨਾ ਉਹਨੂੰ ਕਿਲ ਠੋਕਣ ਜਾ ਰਹੇ ਸਨ, ਉਹਦੇ ਨਾਲ 13 ਉਹਦੇ ਸੇਵਕ ਸਨ। ਤੇ ਜਦ ਉਹ ਘੜੀ ਆਈ ਸ਼ਹਾਦਤ ਦੀ, ਉਸ ਵੇਲੇ 13 ਦੇ 13 ਹੀ ਸਾਥ ਛੱਡ ਗਏ, ਇਕੱਲਾ ਰਹਿ ਗਿਆ। ਪਰ ਮੈਂ ਕਹਿੰਦਾ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ, ਤੁਸੀਂ 5 ਜਿਹੜੇ ਨਾਲ ਲੈ ਕੇ ਆਏ ਸਨ ਨਾ, ਤੇ 3 ਦੀ ਸ਼ਹਾਦਤ ਸੀ, ਜਿਹੜੇ 2 ਰਹਿ ਗਏ ਨਾ, ਉਹ ਇਹੀ ਲਾਸਟ ਟਾਈਮ ਤੱਕ ਕਹਿੰਦੇ ਰਹੇ, ਮਹਾਰਾਜ ਇਹ ਸੇਵਾ ਸਾਨੂੰ ਦਿਓ। ਦੇਖੋ ਜਦੋਂ ਭਾਈ ਡੱਲੇ ਨੇ ਮਹਾਰਾਜ ਅੱਗੇ ਕਿਹਾ ਸੀ, ਤੇ ਮਹਾਰਾਜ ਨੇ ਕਿਹਾ ਸੀ, ਤੇਰੇ ਤੇ ਜਿਹੜੇ ਸੇਵਕ ਨੇ, ਸਿਪਾਹੀ ਨੇ, ਡਰ ਗਏ ਨੇ ਨਾ, ਤੂੰ ਕਹਿੰਦਾ ਮੇਰੇ ਸਿਪਾਹੀ। ਮਹਾਰਾਜ ਨੇ ਕਿਹਾ ਮੈਂ ਬੰਦੂਕ ਦੀ ਪਰਖ ਕਰਨੀ ਹੈ, ਜਾ ਲੰਗਰ ਹਾਲ ਚੋਂ ਹੀ 2 ਸਿੱਖਾਂ ਕਿਸੇ ਨੂੰ ਕਹਿ ਦੇ, ਮਹਾਰਾਜ ਨੇ ਬੰਦੂਕ ਦੀ ਪਰਖ ਕਰਨੀ ਹੈ। ਤੇ ਮਹਾਰਾਜ ਨੇ ਜਦੋਂ ਸਿੱਖ ਜਾ ਕੇ ਆਵਾਜ਼ ਮਾਰੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬੰਦੂਕ ਦੀ ਪਰਖ ਕਰਨੀ ਹੈ, ਪਿਓ ਤੇ ਪੁੱਤਰ ਆਟਾ ਗੁੰਨ ਰਹੇ ਸਨ, ਇੱਕ ਦਸਤਾਰ ਸਜਾ ਰਿਹਾ ਸੀ, ਦੋਨੋਂ ਹੀ ਭੱਜ ਕੇ ਆ ਗਏ। ਮਹਾਰਾਜ ਇਹ ਮੇਰੇ ਤੇ ਕਰੋ, ਇਹ ਮੇਰੇ ਤੇ ਕਰੋ। ਅਰੇ ਗੁਰੂ ਵੱਲੋਂ ਮਾਰਿਆ ਬੰਦਾ ਤੇ ਫਿਰ ਸਿੱਧਾ ਪਰਮਾਤਮਾ ਦੇ ਘਰ ਹੀ ਪਹੁੰਚਣਾ ਨਾ। ਤੇ ਉਸ ਵੇਲੇ ਸਾਧ ਸੰਗਤ ਇਹ ਸਾਨੂੰ ਸਮਝ ਆਉਂਦੀ ਹੈ ਕਿ ਗੁਰੂ ਸਾਹਿਬ ਇਹ ਸਾਨੂੰ ਕਿੰਨੀਆਂ ਵੱਡੀਆਂ ਸਾਨੂੰ ਬਖਸ਼ਿਸ਼ਾਂ ਸਾਡੀ ਝੋਲੀ ਵਿੱਚ ਪਾਈਆਂ ਨੇ। ਤੋ ਇਹ ਪਰਉਪਕਾਰੀ ਜੀਵਨ ਹੈ ਗੁਰੂ ਸਾਹਿਬ ਦਾ। ਮੈਂ ਇੱਕ ਗੱਲ ਥੋੜ੍ਹੀ ਜਿਹੀ ਹੋਰ ਸਾਂਝ ਕਰ ਦੇਵਾਂ। ਇਤਿਹਾਸ ਤੇ ਤੁਸੀਂ ਸਾਰੇ ਹੀ ਸੁਣਿਆ ਹੋਵੇਗਾ, ਪਰ ਮੈਂ ਵਿੱਚੋਂ ਨਾ ਕੁਝ ਚੀਜ਼ਾਂ ਤੱਤ ਕੱਢਣਾ ਚਾਹੁੰਦਾ, ਅਸੀਂ ਆਪਣੇ ਜੀਵਨ ਵਿੱਚ ਕੁਝ ਢਾਲ ਸਕੀਏ। ਮਹਾਰਾਜ ਗੁਰੂ ਨਾਨਕ ਪਾਤਸ਼ਾਹ ਤੋਂ ਬਾਅਦ ਨਾ ਗੁਰੂ ਤੇਗ ਬਹਾਦਰ ਸਾਹਿਬ ਨੇ ਬੜਾ ਭਰਮ ਕੀਤਾ ਚੱਕਰ, ਕਿਉਂਕਿ ਇਹਨਾਂ ਨਾਲ 250 ਸੇਵਕ ਹੁੰਦਾ ਸੀ, ਸਾਧੂ ਸੰਤ ਹੁੰਦੇ ਸਨ। ਤੇ ਮਹਾਰਾਜ ਨੇ 4 ਉਦਾਸੀਆਂ ਕੀਤੀਆਂ, ਪਰ ਸਫ਼ਰ ਮਹਾਰਾਜ ਨੇ ਗੁਰੂ ਤੇਗ ਬਹਾਦਰ ਸਾਹਿਬ ਨੇ ਬੜਾ ਤੈਅ ਕੀਤਾ, ਪਰ ਘੱਟ ਕੀਤਾ। ਜਦੋਂ ਮਹਾਰਾਜ ਕਾਂਸ਼ੀ ਤੋਂ ਵਾਪਸ ਆ ਰਹੇ ਸਨ ਨਾ, ਮੈਂ ਉਸ ਸਿੱਖ ਦੀ ਗੱਲ ਕਹਿ ਕੇ ਫਿਰ 10 ਮਿੰਟ ਲਗਾ ਕੇ ਫਿਰ ਸਮਾਪਤੀ ਕਰਾਂਗਾ। ਅੱਜ ਭਗਤ ਧੰਨਾ ਜੀ ਦਾ ਵੀ ਜਨਮ ਦਿਨ ਹੈ। ਦੇਖੋ ਇਤਫਾਕ ਨਾਲ ਗੁਰੂ ਪਾਤਸ਼ਾਹ ਦੇ ਨਾਲ ਭਗਤ ਧੰਨਾ ਜੀ ਦਾ ਵੀ ਅੱਜ ਜਨਮ ਦਿਨ ਮਨਾਇਆ ਜਾ ਰਿਹਾ ਹੈ। ਵਧਾਈਆਂ ਸਾਰੀਆਂ ਸੰਗਤਾਂ ਨੂੰ। ਇੱਕ ਮੈਂ ਇੱਥੇ ਗੱਲ ਕਹਾਂ, ਤੁਸੀਂ ਮਕਾਨ ਬਣਾਉਂਦੇ ਹੋ, ਆਰਕੀਟੈਕਟ ਕੋਲੋਂ ਬੁਲਾਇਆ, ਮਕਾਨ ਬਣਾਇਆ, ਬਈ ਇਸ ਤਰ੍ਹਾਂ ਅਸੀਂ ਕੀ ਚਾਹੁੰਦੇ ਹਾਂ, ਬੜਾ ਵਧੀਆ ਮਕਾਨ ਬਣਾ ਮੇਰੇ ਵਾਸਤੇ, ਵਧੀਆ ਤੋਂ ਵਧੀਆ ਡਰਾਇੰਗ ਰੂਮ, ਕਿਚਨ ਭੈਣਾਂ ਕਹਿੰਦੀਆਂ ਨੇ ਅੱਛੀ ਹੋਣੀ ਚਾਹੀਦੀ ਹੈ, ਹਰ ਇੱਕ ਦੀ ਖੁਆਇਸ਼। ਡਰਾਇੰਗ ਰੂਮ ਕੋਈ ਆ ਕੇ ਦੇਖੇ ਬਹੁਤ ਵਧੀਆ ਹੋਵੇ, ਹਰ ਇੱਕ ਦੀ ਸੋਚ ਹੈ। ਅੱਜ ਇੱਕ ਭਾਈ ਫੱਗੂ ਸਨ, ਬੜਾ ਗਰੀਬ ਸੀ, ਥੋੜ੍ਹੀ ਥੋੜ੍ਹੀ ਮਾਇਆ ਜੋੜ ਕੇ
ससराम का रहने वाला, उन्हें कहा मैं एक मकान बनाना है। मिस्त्री नूं बुलाया, पुराना समा सी, उनका एक मकान बनाना है, मकान पता किस तरह बनाई, हुण मकान सुनो किस तरह बना रहे हैं। कहते ने एंट्री दे विच ना 10-12 फुट का गेट बनाई, तो जो ही एंट्री करिए वड्डा सारा एक वेड़ा होवे, वेड़ा समझने बाहर ओपन, फिर वड़दियां सार एक कमरा होवे, बाकी मिस्त्री नूं कहंदे ने जिवें तेरी मर्जी है तू मकान बना। असी कहने ना एक बार भी अच्छी होनी चाहिए, मैं कई घर च वेखे ने बड़ी अच्छी बार बनाई होंदी है, डैंग रूम बनाए होंदे ने, अपना घर अपना कमरा बड़ा वधिया बनाया होंदा है। वो मिस्त्री कहता है ये कैसा नक्शा है कि वड्डा सारा गेट है, अगे बाहर खुला बरामदा है, वेड़ा है, फिर एक कमरा है। कहता मैं जिवें कहना तू उवें बना दे, बाकी तू अपनी मर्जी नाल जिवें मर्जी कमरे बना ले। जे रब ने चंगा घर वड्डा घर दिता है ना, कोशिश करो जिसने दिता है ना, गुरप्रसाद मोए मिलिया थां, ਉਹਦੀ ਕਿਰਪा नाल थां मिली है ना, महाराज का कमरा जरूर एक बनाओ। ठीक है, असी भी इस गल तो वांझे हाँ, मन च बड़ा अफसोस होंदा है, पर भागां वाले घर ने जिन्हां ने, मैं नहीं कहूँगा उन्होंने गुरु साहब ने रखा, गुरु साहब ने उन्होंने रखा है। कभी भी ना भी ना गल कहा करो कि मेरे घर गुरु साहब ने, कहण वक्त भी थोड़ा जिहा शब्दां विच निमरता होनी चाहिए कि गुरु साहब के घर विच रहा। एक होर भी गल मैं इत्थे कह जावां, कहते ने माता पिता, कहते ने मेरे कोल ने माता पिता, छोटा वा ना मैं मेरे कोल ने, नहीं सानू कहना चाहिए माता पिता कोल मैं वां। देखो यह कोई साखी च कहने का मतलब है नहीं, कोई गल विचों कोई गल निकले तो असीं उहनूं एक्सैप्ट कर लईए। तो उस वेले उसने एक ऐसा नक्शा दिता, उन्हें बना दिता। हुण जदों अंदर वड़न की वारी आई तो कहता मैं नहीं वड़ना, इत्थे गुरु तेग बहादुर साहब आणगे मैं तां ही एंट्री करांगा। हद हो गई। सारी संगत उत्थे दी कहंदी, घर वाले कहंदे ने मकान बना लिया सोहना, गुरु साहब कित्थे पंजाब ते कित्थे ससराम कांशी दे कोल, वो कदों आणगे? वो कहंदा जदों भी आन, क्योंकि बिरथी कदे ना होवई जन की अरदास, नानक जोर गोबिंद का पूर्ण गुणतास। ते उस वेले अरदासां करदा सी कि महाराज तुसीं आओगे ते तां ही मैं घर दे अंदर एंट्री करांगा। कितनी वड्डी गल है। अज सिख भी करदा है ना कि जदों गृह प्रवेश करदा है, इनोग्रेशन अपने मकान की करदा है, तो पहला गुरु दे चरण पवाई देना, ये वड्डी गल है। ये सानू एक सिक्ख्या है। तो कुछ काफ़ी समा बीत गया। अज महाराज ने जदों कांशी तो निकले ना, तो सिखां नूं कहंदे ने अज ससराम जिले वाल चलो। अज प्यार वाला सिख सानू याद कर रहा है। देखो ये तारां हुंदियां जे, तुसी मैं तुहानू सच्चे मन नाल कह रहा, तुसी जिहड़े मित्र नूं प्यार करदे हो ना, सच्चे मन नाल याद करो तो फोन करके देख लेना, वो भी कहेगा मैं तैनूं हुणे तैनूं याद कर रहा सी। ये एक लिंक ने, एक कनैक्टिविटी है आपस विच। जे तुसी गुरु तेग बहादुर साहब नूं याद करो तो वो याद ना करनगे। रोज़ पढ़ने आ तेग बहादुर सिमरै घर नोनिद आवे ताए, मारे की कहते ने सब थाई होए सहाय। कोई जगह छड्डी नहीं। सिख अमेरिका बैठा है, कनाडा बैठा है, इंग्लैंड बैठा है, जिथे मर्जी, एवरीवेयर वो सहाई ने। याद करन वाली साडी सोच उच्ची होनी चाहिए। ते महाराज ने जाके दरवाजे कोल पहुंचे तो महाराज नूं वेख के दग दग रह गया। दर्शन देखत ही बुद्ध की ना बुद्ध रही, मत में ना मत है। सुध दी सुध ही नहीं रही, आवल बावल हो गया। महाराज आ गए जिस दी उड़ीक कर रहे सन। देखो महाराज ते उस देवा राम दे भी घर पहुंचे, भावें सीस ते गए ते ना। तुसी प्रोमिस करो गुरु नाल ते गुरु ते पूरा करेगा, भावें सिख भुल जाए। असी कह देने 40 दिन गुरु साहब आवांगे, एक दात मैनू दे दो, तो 20-22 दिन मिल जाती है। तो असी फिर वड्डियां कोलों पुछने कि 40 दिन जाना चाहिए। लेकिन अज जिहड़ी मक्खण शाह लुभाणा लून का व्यापार करने वाला लुभाणा, तो उन्हें यही तो गल
महाराज नूं की सुखिया सी, मोहरे तो सुखिया सी 500, तो उन्हें परख भी इवें की, 5 झूठे सी, नहीं पहचान पाए। तो गुरु तेग बहादुर पातशाह ने जदों 5 भोरे दे अंदर देन गया, रखियां खड़का के, तो महाराज पिट करके बैठे सन, उत्ते लोई लई हुई सी। तो महाराज कहंदे ने मक्खण शाह सुखदा 500 है, दे 5 रहे हैं, वो भी खड़का के दे रहे हैं। तो कपाट खुल गया। गुरु लादो रे महाराज मैं भुल गया सी। महाराज ने अपने मोढे तो शाल ला के क्या, हले तक ते मेरे वो बेड़े, तेरे बेड़े दे निशान मेरे मोढियां ते ने। तुसी गुरु नूं याद करो ना, तो गुरु अपने शरीर ते भी लैके तुहाडे कष्ट कट देगा। जिस डिठे सब दुख जाए, तुसी कदी याद ते करो। गुरु अपने ते लैके, मैं कहना गुरु रामदास पातशाह दे घर जदों आदम जी ने सेवा की, वडेरी उम्र सी, महाराज ने क्या मंग लै, संगत वेख के चुप हो गया। घर वाली नाल लैके आया, वो कहंदे ने मेरे घर पुत्र दे दो। ते गुरु रामदास जी पता की कहंदे ने, कहंदे ने तेरे ते 100 जन्म पहला ते 100 जन्म अगे घर औलाद ही नहीं है, पर तू जिस घर दे विच ये सेवा कीती है ना, जिस घर दे विच तू सेवा कीती है, साडे घर 4 पुत्र होने सन, पर मैं अपना चौथा पुत्र तेरे घर दे रहा। गुरु ते स्पैशल कोटे विचों भी तुहानूं वो दात दे दिंदा है। जिस तरह प्रिथी चंद, महादेव, गुरु अर्जन देव महाराज चौथे होने सन भाई भगतू, जेड़ा महाराज ने भाई आदम दे घर जन्म दिता। गुरु अपने भी अपने विचों भी जड़ियां तुहाडे कर्मां, कई कहंदे ने साडे कर्मां विच नहीं है, गुरु तुहाडे कर्म बख्शिश वड्डी है, कर्म छोटे पै जांदे ने। तां ही कहंदे ने किसी नूं हत्थ ना दिखाया करो, साडा हर कर्म गुरु दी बख्शिश ते टिकिया होया है। बख्शिश वड्डी है, कर्म छोटे पै जांदे ने। जे परमात्मा ने कर्म नहीं लिखे, तुसी गुरु घर दे विच आके सेवा कर दित्ती, तुहाडे कर्मां नूं भी भाग लग जाणगे और परमात्मा नूं तुहाडे कर्म बदलने पैणगे। जदों असीं मत्था ते हत्थ गुरु दे चरनां विच टेकने आ ना, ते साडे मत्थे दीयां रेखां, हत्थ दीयां रेखां आपे ही बदल जांदियां ने। गुरु गोबिंद सिंह महाराज ने बदलियां सी। जाओ तुहाडे घर पुत्र नहीं पुत्र हो जाएगा, जाओ तुहाडा दुख कटिया जाएगा, जाओ तुहाडी गरीबी कट्टी जाएगी। ते उस वेले फिर महाराज नूं वेख के खुश हो गया कि जिसनूं मैं रोज याद करदा सी, अज महाराज आप संगतां दे नाल चल के आ गए ने। कितनी वड्डी बात है। बूहा खोलिया, क्योंकि उहदे मन दी एक हिस्सा सी महाराज घोड़े समेत ही आन, तां ही उहने वड्डा गेट रखिया सी। गुरु तेग बहादुर बाबा जी उत्थे गुरुद्वारा भी है, दर्शन करके आओ कदी। तो महाराज घोड़े समेत अंदर आए, ते उस जिहड़ा वेड़ा सी उहदी चित सी कि इत्थे संगत बैठेगी। ते महाराज घोड़े तो उतर के अंदर जिहड़ा कमरा बनवाया सी, उहदे च वड्डा सारा पलंग 8 फुट दा महाराज वास्ते, कि महाराज इत्थे विराजमान होणगे, संगतां नूं बचन करनगे, ते सारी संगत वेड़े विच बैठ के गुरु दे बचन सुनेगी। ऐसी भावना असी कदी बनाईए? असी घर बनाने आ ना, सोहनी जी बार बना लीए, अपना ड्राइंग रूम बना लीए, कदी ये भी वेख्या कि गुरु का स्थान भी है जिथे गुरु नूं बैठ के सानू वेखना है, परिवार नूं, वो भी स्थान है। वो भाई फग्गू जी ने किया, ते उस वेले महाराज ने बचन किए, ते सारियां संगतां निहाल हुईयां, समाप्ति हुई, ते चलन लगे महाराज। ते महाराज नूं कहन लगा, महाराज तुहाडी भेटाकार सेवा मेरे कोल पई है, क्योंकि मसंद है। गुरु घर दियां सेवा इकट्ठियां करके गुरु दी झोली विच पाउंदे सन। महाराज ने जद ये गल कही, सारियां सेवा जो उन्हें कीतियां होईयां सी घरां दे विचों, जो जो भी महाराज कोलों जो भी सेवा इकट्ठी कीती सी, महाराज दी झोली विच पा दित्ती। महाराज ने सारी सेवा देखी, ते महाराज पता की कहंदे ने, भाई फग्गू एक सेवा रह गई है। नहीं महाराज, मैं सारियां सेवा पा दित्तियां ने, मेरे को तो कुछ है ही नहीं। महाराज कहते ध्यान नाल देख। नहीं महाराज कुछ है ही नहीं। महाराज ते अंतरजामी सन,
ਜਾਣੇ ਬਿਰਥਾ ਸਭਾ ਮਨ ਕੀ, ਉਹ ਤੇ ਹਰ ਇੱਕ ਦੇ ਮਨ ਦੀ ਜਾਣਦੇ ਨੇ। ਮਹਾਰਾਜ ਕਹਿੰਦੇ ਧਿਆਨ ਲਗਾ, ਇੱਕ ਸੇਵਾ ਰਹਿ ਗਈ ਆ। ਤੇ ਹਾਂ ਕਹਿੰਦਾ ਇੱਕ ਸੇਵਾ ਯਾਦ ਆਈ ਹੈ। ਕਹਿੰਦਾ ਮਹਾਰਾਜ ਇੱਕ ਘਰ ਮੈਂ ਸੇਵਾ ਲੈਣ ਜਾਂਦਾ ਸੀ ਨਾ, ਤੇ ਮੈਂ ਉਸ ਘਰ ਵਿੱਚ ਗਿਆ ਤੇ ਉਹ ਘਰ ਵਾਲੀ ਬੋਕਰ ਮਾਰ ਰਹੀ ਸੀ, ਝਾੜੂ ਮਾਰ ਰਹੀ ਸੀ, ਤੇ ਉਹ ਕਿੱਥੇ ਲੜੇ ਪਏ ਸਨ ਆਪਸ ਵਿੱਚ ਪਰਿਵਾਰ। ਮੈਂ ਜਾ ਕੇ ਹੱਥ ਜੋੜ ਕੇ ਉਹਦੇ ਕੋਲੋਂ ਸੇਵਾ ਮੰਗੀ ਤੇ ਉਹ ਬੜੇ ਗੁੱਸੇ ਵਿੱਚ ਬੋਲੀ। ਜਦ ਗੁੱਸੇ ਵਿੱਚ ਬੋਲੀ ਤੇ ਮੈਂ ਕਿਹਾ, ਮੈਂ ਹੱਥ ਜੋੜ ਦਿੱਤੇ, ਮੈਂ ਕਿਹਾ ਮਹਾਰਾਜ, ਮੈਂ ਕਿਹਾ ਗੁਰੂ ਦੀ ਸੇਵਾ ਕਰ ਦੋ। ਉਹਨੂੰ ਬੜਾ ਗੁੱਸਾ ਸੀ। ਮੈਂ ਦੂਜੀ ਵਾਰੀ ਕਿਹਾ, ਉਹ ਇਤਨੀ ਕੋਈ ਪੁਰਾਣੀ ਆਪਣੀ ਗੱਲ ਤੋਂ ਘਰ ਦੇ ਕਲੇਸ਼ ਕਰਕੇ ਕਲਪੀ ਹੋਈ ਸੀ। ਤੇ ਉਹਨੇ ਪਤਾ ਸੁਭਾਵ ਕੀ ਕਿਹਾ, ਉਹਨੇ ਕਿਹਾ ਜ਼ਿਆਦਾ ਅਗਰ ਤੂੰ ਕਹਿ ਰਿਹਾ ਨਾ ਸਿੱਖਾ, ਇਹ ਜਿਹੜਾ ਮੈਂ ਕੂੜਾ ਇਕੱਠਾ ਕੀਤਾ ਹੀ ਨਾ, ਇਹ ਲੈ ਜਾ। ਸਾਡੇ ਵਰਗਾ ਹੁੰਦਾ, ਅਸੀਂ ਵੀ ਕਲੈਕਸ਼ਨ ਕਰਨ, ਕਦੇ ਵੀ ਭਲਾਈ ਕੇਂਦਰ ਦੀ ਜਾਂਦੇ ਹਾਂ ਕਈ ਘਰਾਂ ਦੇ ਵਿੱਚ, ਤੇ ਕੋਈ ਸਾਨੂੰ ਐਵੇਂ ਮਾੜਾ ਬੋਲਦੇ, ਅਸੀਂ ਕੀ ਕਹਿੰਦੇ ਹਾਂ, ਬਈ ਸਾਡਾ ਥੋੜ੍ਹਾ ਕੰਮ ਹੈ, ਗੁਰੂ ਦਾ ਕੰਮ ਹੈ। ਪਰ ਉਹ ਸਿੱਖ ਦੇ ਵਿੱਚ ਨਿਮਰਤਾ ਸੀ, ਭਾਈ ਫੱਕੂ ਦੇ ਵਿੱਚ। ਉਹ ਉਹਦੇ ਮਾੜਾ ਬਚਨ ਦੇ ਅੱਗੇ ਮਾੜੇ ਬੋਲ ਨਹੀਂ ਬੋਲੇ। ਅਸੀਂ ਤਾਂ ਮਿੰਟ ਤੋਂ ਪਹਿਲਾਂ ਕਾਹਲੇ ਪੈ ਜਾਂਦੇ ਹਾਂ ਨਾ, ਬੋਲ ਕਬੋਲ ਬੋਲ ਦਿੰਦੇ ਹਾਂ। ਉਹਨੇ ਫਿਰ ਕਿਹਾ, ਰੁਮਾਲ ਕੱਢਿਆ ਜੇਬ ਵਿੱਚੋਂ, ਜਿਹੜਾ ਕੂੜਾ ਸੀ ਨਾ ਇਕੱਠਾ ਕਰ ਲਿਆ, ਇਕੱਠਾ ਕਰਕੇ ਰੁਮਾਲ ਵਿੱਚ ਪਾ ਕੇ ਤੇ ਘਰ ਲਿਆਇਆ। ਹੁਣ ਸੋਚਦਾ ਹੈ, ਸਾਰਿਆਂ ਦੀ ਤੇ ਮੈਂ ਸੇਵਾ ਗੁਰੂ ਸਾਹਿਬ ਨੂੰ ਦੇਣੀ ਹੈ, ਇਹਦੀ ਵੀ ਸੇਵਾ ਮੈਂ ਲਗਾ ਦੇਵਾਂ ਕਿਸੇ ਤਰੀਕੇ। ਦੇਖੋ ਫਰੀਦਾ, ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਈ ਰੋਗ ਨਾ ਲੱਗੀ ਪੱਲੇ, ਸਭ ਕਿਛ ਪਾਏ। ਦੇਖੋ ਭਲੇ ਦਾ ਤੇ ਹਰ ਕੋਈ ਭਲਾ ਕਰਦਾ ਹੈ, ਬੁਰੇ ਦਾ ਭਲਾ ਕੌਣ ਕਰਦਾ ਹੈ? ਉਹ ਗੁਰੂ ਨਾਨਕ ਦੇ ਘਰ ਵਿੱਚ ਹੈ। ਤੁਹਾਨੂੰ ਕੋਈ ਮਾੜਾ ਬੋਲਿਆ ਹੋਇਆ, ਤੁਸੀਂ ਉਹਦੀ ਭਲੇ ਦੀ ਅਰਦਾਸ ਕਰੋਗੇ? ਨਹੀਂ। ਪਰ ਉਹ ਸਿੱਖ ਨੇ ਪੜ੍ਹਾਈ ਪੜ੍ਹੀ ਸੀ, ਉਹ ਘਰ ਜਾ ਕੇ ਕੂੜਾ ਫਰੋਲਿਆ ਤੇ ਕੀ ਵੇਖਦਾ ਹੈ, ਇੱਕ ਗਿਟਕ ਬੇਰ ਦੀਏ ਵਿੱਚ ਉਹਨੇ ਆਪਣੇ ਘਰ ਦੇ ਉਹੀਓ ਬਰਾਮਦੇ ਦੇ ਵਿੱਚ, ਵਿਹੜੇ ਵਿੱਚ ਉਹ ਬੇਰ ਦੀ ਗਿਟਕ ਬੋ ਦਿੱਤੀ। ਸਮਾਂ ਪਾ ਕੇ ਉਹ ਬੇਰੀ ਬਣ ਗਈ। ਮਹਾਰਾਜ ਕਹਿੰਦੇ ਨੇ, ਦੇਖ, ਮਹਾਰਾਜ ਨੂੰ ਕਹਿੰਦਾ ਇਹ ਬੇਰੀ ਵੀ ਤੁਹਾਡੀ ਉਸ ਦਸਵੰਧ ਦੇ ਵਿੱਚੋਂ ਹੈ। ਤੇ ਉਸ ਵੇਲੇ ਗੁਰੂ ਸਾਹਿਬ ਗੁਰੂ ਤੇਗ ਬਹਾਦਰ ਬਾਬਾ ਜੀ ਨੇ ਸਾਰਿਆਂ ਨੂੰ ਇਹ ਸੰਬੋਧਿਤ ਕਰਕੇ ਕਿਹਾ ਕਿ ਦੇਖੋ ਐਸਾ ਪਿਆਰ ਵਾਲਾ ਸਿੱਖ ਹੈ ਕਿ ਸੇਵਾ ਦੇ ਅੰਦਰ ਤੁਸੀਂ ਵੀ ਭਾਈ ਨਿਮਰਤਾ ਲਿਆਓ। ਇਹਨੇ ਇੱਕ ਬੋਲ ਕਬੋਲ ਬੋਲਣ ਵਾਲੀ ਔਰਤ ਦੀ ਵੀ ਲਾਜ ਰੱਖ ਕੇ ਗੁਰੂ ਦੀ ਸੱਚੀ ਸੇਵਾ ਦੀ ਕਮਾਈ ਕੀਤੀ ਹੈ। ਅੱਜ ਉਹਦਾ ਵੀ ਦਸਵੰਧ ਕੱਢ ਕੇ ਮਹਾਰਾਜ ਨੇ ਉਹ ਬੇਰੀ ਫਿਰ ਸਾਰੇ ਸੰਗਤ ਵਿੱਚ ਉਹ ਬੇਰ ਵੰਡੇ ਪ੍ਰਸ਼ਾਦ ਦੇ ਰੂਪ ਵਿੱਚ। ਇਹ ਕੀ ਖੇਡ ਹੈ? ਤੁਸੀਂ ਗੁਰੂ ਨਾਲ ਪਿਆਰ ਕਰੋ, ਗੁਰੂ ਤੇ ਭਰੋਸਾ ਕਰੋ। ਮੈਂ ਸੱਚ ਜਾਣ ਕੇ ਕਹਿ ਰਿਹਾ, ਮੈਂ ਪ੍ਰੈਕਟੀਕਲੀ ਕਹਿ ਰਿਹਾ, ਤੁਹਾਡੇ ਢਹਿਣ ਵਿੱਚ ਦੇਰੀ ਹੋ ਜਾਏਗੀ, ਗੁਰੂ ਦੇ ਬਖਸ਼ਣ ਵਿੱਚ ਨਹੀਂ ਹੋਏਗੀ। ਗੁਰੂ ਅੱਜ ਵੀ ਸਾਡੇ ਨਾਲ ਹੈ, ਗੁਰੂ ਅੱਜ ਵੀ ਬਾਹਾਂ ਖਿਲਾਰ ਕੇ ਖੜਾ ਹੈ, ਅੱਜ ਵੀ ਉਡੀਕ ਕਰ ਰਹੇ ਹਨ। ਗੁਰੂ ਨੂੰ ਯਾਦ ਤੇ ਕਰੋ। ਇੱਕ ਵਾਰੀ ਅਸੀਂ ਸੱਚੇ ਮਨ ਨਾਲ ਯਾਦ ਕਰੀਏ, ਥਿਰ ਘਰ ਬੈਸੋ ਹਰ ਜਨ ਪਿਆਰੇ। ਥਿਰ ਟਿਕ ਕੇ ਸੰਗਤ ਵਿੱਚ ਨਾ ਥਿਰ ਕੇ ਬੈਠਿਆ ਕਰੋ, ਟਿਕ ਕੇ। ਥਿਰ ਘਰ, ਟਿਕ ਕੇ ਘਰ ਵਿੱਚ ਬੈਠੋ। ਜਿੱਥੇ ਸੰਗਤ ਵਿੱਚ ਬੈਠਨੇ ਆ ਨਾ, ਉਹ ਘਰ ਹੀ ਹੈ। ਜੇ ਹੁਣ ਤੁਸੀਂ ਬੈਠੇ ਹੋ ਨਾ, ਟਿਕ ਕੇ ਥਿਰ ਘਰ ਬੈਸੋ, ਕੀ ਹੋਏਗਾ? ਹਰ ਜਨ ਪਿਆਰੇ। ਹਰੀ ਤੁਹਾਨੂੰ ਪਿਆਰੇ ਕਿਹਾ, ਹੋਏਗਾ ਕੀ? ਸਤਿਗੁਰ ਤੁਮਰੇ ਕਾਜ ਸਵਾਰੇ। ਸਾਡੇ ਸਾਰੇ ਕਾਰਜ ਸਤਿਗੁਰ ਆਪ ਸਵਾਰ ਦੇਗਾ। ਕਿਉਂ? ਕਿਉਂਕਿ ਉਹਦੇ ਪਿਆਰ ਦਾ ਭੁੱਖਾ ਹੈ। ਕੋ ਕਬੀਰ ਭਗਤ ਕਰ ਪਾਇਆ, ਭੋਲੇ ਪਾਏ ਮਿਲੇ ਰਘੁਰਾਇਆ। ਇਹ ਤੇ ਭੋਲੇ ਦੀ ਖੇਡ ਹੈ, ਭਾਵਨਾ ਦੀ ਖੇਡ ਹੈ। ਅੱਜ ਭਾਈ
ਭਗਤ ਧੰਨਾ ਜੀ ਦਾ ਜਨਮ ਦਿਨ ਹੈ ਨਾ, ਉਹਨਾਂ ਨੇ ਰੱਬ ਨੂੰ ਕਿਵੇਂ ਪਾਇਆ? ਇਸੇ ਤਰ੍ਹਾਂ ਹੀ ਪਾਇਆ ਨਾ, ਭੋਲੇ ਪਾਓ। ਵਾਹੀ ਕਰਦੇ ਸਨ ਖੇਤਾਂ ਦੀ। ਮੈਂ 5 ਮਿੰਟ ਲਾ ਕੇ ਫਿਰ ਸਮਾਪਤੀ, ਕਿਉਂਕਿ ਅੱਜ ਭਗਤ ਧੰਨਾ ਜੀ ਦਾ ਵੀ ਜਨਮ ਦਿਨ ਹੈ, ਕੁਦਰਤੀ ਗੱਲ ਨਾਲ ਜੁੜੀ ਹੈ। ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ, ਦਾਲ ਸੀਧਾ ਮੰਗੋ ਕੀਓ, ਹਮਰਾ ਖੁਸ਼ੀ ਕਰੇ ਨਿਤ ਜੀਓ। ਪਨੀਆਂ ਛਾਦਨ ਨੀਕਾ, ਅਨਾਜ ਮੰਗੋ ਸਸੀਕਾ, ਗਊ ਭੈਂਸ ਮੰਗੋ ਲਾਵੇਰੀ, ਇੱਕ ਤਾਜਨ ਤੁਰੀ ਚੰਗੇਰੀ, ਘਰ ਕੀ ਗੇਹਣ ਚੰਗੀ, ਜਨ ਧੰਨਾ ਲੇਵੇ ਮੰਗੀ, ਗੋਪਾਲ ਤੇਰਾ ਆਰਤਾ। ਆਰਤਾ ਹੁੰਦਾ ਮੰਗਤਾ, ਤੇ ਗੋਪਾਲ ਉਸ ਪਾਲਣ ਵਾਲਾ ਪਰਮਾਤਮਾ, ਗਊ ਧਰਤੀ ਦਾ ਪਾਲਣਹਾਰ ਉਹ ਪਰਮਾਤਮਾ। ਮੈਂ ਪਰਮਾਤਮਾ ਤੇਰੇ ਮੈਂ ਘਰ ਦਾ ਮੰਗਤਾ ਵਾਂ। ਮੈਂ ਤੇਰੇ ਕੋਲ ਇਹ ਚੀਜ਼ਾਂ ਜਿਹੜੀਆਂ ਮੰਗ ਰਿਹਾ ਵਾਂ ਨਾ, ਦਾਲ ਆਟਾ ਘਿਓ ਚੀਨੀ, ਇਹ ਮੇਰੀ ਜ਼ਰੂਰਤ ਹੈ। ਇਹ ਮੈਂ ਜਿੰਦ ਨੂੰ ਜਿੰਦਾ ਰੱਖਣ ਵਾਸਤੇ ਮੈਨੂੰ ਚਾਹੀਦੀਆਂ ਨੇ। ਮੈਂ ਨਹੀਂ ਰਹਿ ਸਕਦਾ। ਕਈ ਕਹਿੰਦੇ ਨਾ ਮੈਂ ਵਰਤ ਰੱਖਣਾ, ਭੁੱਖੇ ਰਹਿਣਾ। ਉਹ ਕਹਿੰਦੇ ਨੇ ਭੁੱਖੇ ਭਗਤ ਨਾ ਕੀਜੇ, ਇਹ ਮਾਲਾ ਆਪਣੀ ਲੀਜੈ। ਮੈਂ ਭੁੱਖੇ ਨਹੀਂ ਰਹਿਣਾ, ਇਹ ਮਾਲਾ ਲੈ ਲੈ, ਮੇਰੇ ਕੋਲ ਨਾਮ ਨਹੀਂ ਜਪਨ ਹੋਣਾ ਹੀ ਭੁੱਖੇ ਵਿੱਚ। ਮੈਨੂੰ ਤੇ ਆਟਾ ਚਾਹੀਦਾ ਹੀ, ਘਿਓ ਚਾਹੀਦਾ ਹੀ, ਦਾਲ ਚਾਹੀਦੀ ਆ, ਲਵੇਰੀ ਮੱਝ ਚਾਹੀਦੀ ਏ, ਮੈਨੂੰ ਘਰ ਵੀ ਚਾਹੀਦਾ, ਗੇਹਨ ਚੰਗੀ ਚਾਹੀਦੀ ਹੈ। ਘਰ ਦੀ ਇੱਕ ਔਰਤ ਚੰਗੀ ਹੋਵੇ, ਲੜਾਈ ਕਲੇਸ਼ ਨਹੀਂ ਹੁੰਦੇ। ਘਰ ਕੀ ਗੇਹਨ, ਗੇਹਨ ਕੌਣ ਹੈ? ਪਤਨੀ। ਘਰ ਕੀ ਗੇਹਨ ਚੰਗੀ, ਜਨ ਧੰਨਾ ਲੇਵੇ ਮੰਗੀ। ਮੈਂ ਤੇ ਇਹੀ ਮੰਗ ਰਿਹਾ ਤੇਰੇ ਕੋਲੋਂ ਚੀਜ਼ਾਂ। ਮੈਨੂੰ ਇਹ ਘਰ ਚਲਾਉਣ ਵਾਸਤੇ, ਦੇਖੋ ਘਰ ਵਿੱਚ ਚੰਗੀ ਨੂੰਹ ਆ ਜਾਏ ਨਾ ਤੇ ਘਰ ਸਵਰਗ ਬਣ ਜਾਂਦਾ ਹੈ, ਤੇ ਉਹੀ ਘਰ ਦੇ ਵਿੱਚ ਕੋਈ ਮਾੜੀ ਆ ਜਾਵੇ ਤੇ ਉਹ ਘਰ ਦਾ ਬੇੜਾ ਗਰਕ ਵੀ ਹੋ ਜਾਂਦਾ ਹੈ। ਭਗਤ ਜੀ ਕਹਿੰਦੇ ਨੇ ਮੈਨੂੰ ਤਾਂ ਚੰਗੀ ਚਾਹੀਦੀ ਹੈ, ਘਰ ਦੀ ਔਰਤ ਵੀ। ਇਹ ਚੀਜ਼ਾਂ ਮੇਰੀਆਂ ਜ਼ਰੂਰਤ ਨੇ, ਜਿਹੜਾ ਮੇਰੇ ਸਿਮਰਨ ਦੇ ਵਿੱਚ ਰੋਕ ਨਾ ਕਰਨ। ਹੁਣ ਮੈਨੂੰ ਕੋਈ ਬਾਹਰ, ਮੇਰੇ ਕੋਲ ਘਰ ਕੋਈ ਮੰਗਣ ਵਾਲਾ ਆਂਦਾ ਹੋਵੇ, ਮੇਰੇ ਤੋਂ ਕਰਜ਼ਾ ਲੈਣ ਵਾਲਾ ਆਂਦਾ ਹੋਵੇ, ਤੇ ਮੈਂ ਨਾਮ ਤੇਰਾ ਜਪ ਸਕਣਾ ਵਾ? ਮੈਨੂੰ ਹਰ ਚੀਜ਼ ਚਾਹੀਦੀ ਹੈ। ਭੁੱਖੇ ਭਗਤ ਨਾ ਕੀਜੇ, ਇਹ ਮਾਲਾ ਆਪਣੀ ਲੀਜੈ। ਮੇਰੀ ਤੇ ਹਰ ਘਰ ਦੀ ਖਾਣ ਪੀਣ ਮੇਰਾ ਅੱਛਾ ਹੋਵੇ, ਤਾਂ ਕਿ ਮੈਂ, ਪਰ ਇਹ ਸਾਡਾ ਇੱਕ ਮੈਂ ਨਾ ਹੀ ਕੀਤਾ ਲੱਭੋ, ਇੱਕ ਨਾਮ ਤੇਰਾ ਮੈਂ ਫੱਬੋ। ਮੈਂ ਚੀਜ਼ਾਂ ਲੋਭ ਕਰਕੇ ਨਹੀਂ ਮੰਗ ਰਿਹਾ। ਮੈਨੂੰ ਤੇ ਇਹ ਚੀਜ਼ਾਂ ਮੈਨੂੰ ਚਾਹੀਦੀਆਂ ਨੇ। ਦੁੱਧ ਤੋਂ ਬਿਨਾ ਮੈਨੂੰ ਸਰੀਰ ਨੂੰ ਤਾਕਤ ਚਾਹੀਦੀ ਹੈ। ਘਰ ਦੀ ਔਰਤ ਚਾਹੀਦੀ ਹੈ, ਦਾਲ ਚਾਹੀਦਾ, ਸਰਾਣਾ ਚਾਹੀਦਾ, ਘੋੜੀ ਚਾਹੀਦੀ ਹੈ। ਉਸ ਟਾਈਮ ਦੇ ਸਾਧਨ ਨੇ, ਤੇ ਇਹ ਚੀਜ਼ਾਂ ਮੈਂ ਆਪਣੇ ਸਰੀਰ ਦੇ ਜੀਵਨ ਵਾਸਤੇ ਚਾਹੀਦੀਆਂ ਨੇ, ਨਿਰਵਾਹ ਵਾਸਤੇ। ਮੈਂ ਕੋਈ ਤੁਹਾਡੇ ਕੋਲੋਂ ਉਹ ਨਹੀਂ ਮੰਗ ਰਿਹਾ। ਇਹ ਦੇਂਗਾ ਤੇ ਮੈਂ ਤੇਰਾ ਨਾਮ ਜਪਾ ਲੈ। ਪਰ ਜੇ ਸਾਨੂੰ ਇਹ ਚੀਜ਼ਾਂ ਸਾਰੀਆਂ ਮਿਲੀਆਂ ਹੋਣ, 10 ਵਸਤੂ ਲੈ ਪਾਛੇ ਪਾਵੇ, ਇੱਕ ਬਸ ਕਾਰਨ ਵੀ ਖੋਟ ਗਵਾਵੇ। ਏਕ ਬਿਨਾ ਦੇ 10 ਪੀਰ ਲੈ, ਤੋ ਮੂੜਾ ਕੋ ਕਾ ਕਰੇ। ਅਸੀਂ ਤੇ ਸਾਰੀਆਂ ਚੀਜ਼ਾਂ ਲੈ ਕੇ ਇੱਕ ਨਹੀਂ ਮਿਲੀ ਉਹਦੇ ਸ਼ਿਕਵੇ ਕਰ ਰਹੇ ਹਾਂ। ਇੱਕ ਕਾਰ ਹੈ, ਦੂਜੀ ਨਹੀਂ ਮਿਲੀ, ਅਸੀਂ ਉਹਦਾ ਸ਼ਿਕਵਾ ਕਰ ਰਹੇ ਹਾਂ। ਘਰ ਹੈ, ਵੱਡਾ ਚਾਹੀਦਾ, ਨਹੀਂ ਮਿਲਿਆ, ਉਹਦਾ ਸ਼ਿਕਵਾ ਕਰ ਰਹੇ ਹਾਂ। ਪੁੱਤਰ ਹੈ ਨੇ, ਚੰਗੇ ਨਹੀਂ ਨਿਕਲੇ, ਉਹਦੇ ਸ਼ਿਕਵੇ ਕਰ ਰਹੇ ਹਾਂ। ਪਾਤਸ਼ਾਹ ਧੰਨਾ ਜੀ ਕਹਿੰਦੇ ਨੇ ਇਹ ਚੀਜ਼ਾਂ ਮੇਰੀ ਜ਼ਰੂਰਤ ਨੇ। ਰੱਬਾ ਮੈਨੂੰ ਇਹ ਦੇ, ਮੈਂ ਸਿਮਰਨ ਤੇ ਬੈਠਾ, ਮੇਰਾ ਕੋਈ ਮੰਗਣ ਵਾਲਾ ਨਾ ਆਵੇ। ਤੇ ਵਾਹੀ ਕਰਦੇ ਸਨ ਖੇਤਾਂ ਦੀ। ਕਰਦੇ ਕਰਦੇ ਕਿੱਥੇ ਪੰਡਤ ਜੀ ਕੋਲ ਚਲੇ ਗਏ, ਬਾਹਮਣ ਪੂਜੇ ਦੇਵਤੇ, ਧੰਨਾ ਗਊ ਚਰਾਉਣ ਆਵੇ। ਤੇ ਉਹ ਵੇਖਿਆ ਜੀ ਇੱਕ ਬਾਹਮਣ ਬੈਠਾ ਹੈ, ਪੰਡਤ ਜੀ, ਤੇ ਬੈਠੇ ਬੈਠੇ ਉਹ ਇੱਕ ਸਾਹਮਣੇ ਇੱਕ ਸਾਲਗ੍ਰਾਮ ਪੱਥਰ ਰੱਖਿਆ, ਉਹਨੂੰ ਪੂਜਦੇ ਨੇ। ਉਹ ਠਾਕੁਰ ਦੀ ਗੱਲ ਕਰ ਰਹੇ ਨੇ, ਕੋਲ ਬੈਠ ਕੇ ਧੰਨਾ ਜੀ ਵੇਖਿਆ ਭੋਲੇ ਸਨ, ਅੰਦਰੋਂ ਭੋਲੇ ਸਨ। ਇਹ ਪੂਜਾ ਕਰ ਰਹੇ ਨੇ, ਇਹਦੇ ਉੱਤੇ ਹਾਰ ਚੜਾ ਰਹੇ ਨੇ, ਇਹਦੇ ਉੱਤੇ ਦੁੱਧ ਚੜਾ ਰਹੇ ਨੇ, ਫਿਰ ਇਹਦੇ ਉੱਤੇ ਅਰਦਾਸ ਕਰ ਰਹੇ ਨੇ। ਉਹ ਕਹਿੰਦੇ ਨੇ ਠਾਕੁਰ ਮੈਨੂੰ ਹੀ ਦੇ ਦੇ। ਤੋ ਪੰਡਤ ਜੀ ਲਾਲਚੀ ਸਨ। ਠਾਕੁਰ ਕੋਈ ਪੱਥਰ ਰੱਬ ਥੋੜੀ ਹੈ ਕੋਈ। ਤੇ ਉਹਨਾਂ ਨੇ ਮੂਰਖ ਬਣਾਉਣ ਵਾਸਤੇ ਭੋਲਾਪਨ ਇਹਦਾ ਦੇਖ ਕੇ, ਤੇ ਉਹਨੇ ਕਿਹਾ ਜੀ ਜੇ ਮੈਂ ਦੇ ਦਾਂਗਾ, ਪਰ ਇਹਦੇ ਵਧੇ ਇੱਕ ਲਵੇਰੀ ਮੱਝ ਚਾਹੀਦੀ ਹੈ। ਲਵੇਰੀ ਜਿਹੜੀ ਦੁੱਧ ਜ਼ਿਆਦਾ ਦੇਣ ਵਾਲੀ ਦੁੱਧ ਲਵੇਰੀ, ਉਹਨੇ ਦੇ ਦਿੱਤੀ। ਉਹਨੇ ਕਿਹਾ ਅਗਰ ਲਵੇਰੀ ਮੱਝ ਨਾਲ ਰੱਬ ਮਿਲਦਾ ਪਿਆ ਤੇ ਲੈ ਲਓ। ਇਹ ਤੇ ਚੀਜ਼ਾਂ ਨੇ ਤਾਂ ਫਿਰ ਆ ਜਾਣਗੀਆਂ। ਜਿਹੜੇ ਭਗਤ ਲੋਕ ਹੁੰਦੇ ਨਾ, ਦੁਨਿਆਵੀ ਚੀਜ਼ਾਂ ਨਾਲ ਪਿਆਰ ਨਹੀਂ ਕਰਦੇ। ਇਹ ਅਸੀਂ ਮੋਹ ਮਾਇਆ ਦੇ ਵਿੱਚ ਜੁੜੇ ਆ, ਤਾਂ ਹੀ ਪਰੇਸ਼ਾਨ ਆ ਨਾ। ਤੇ ਉਸ ਵੇਲੇ ਫਿਰ ਉਹਨੇ ਲਵੇਰੀ ਮੱਝ ਦਿੱਤੀ, ਘਰ ਠਾਕੁਰ ਨੂੰ ਲੈ ਆਏ। ਹੁਣ ਘਰ ਸਵੇਰ ਹੋਈ,
इशनान करवाया, बह गए, अगे भोजन रख के हुण कहंदे रब्बा हे ठाकुर तू छकेगा तो मैं छकांगा, पहला तू भोग लगाया, पूरा शब्द है भाई गुरदास जी का। हुण पत्थर की खा सकता है? तां ही गुरु घर च असीं कहीदा ना दर प्रवान करो, गुरु भी साडा शब्द रूप विच है। जदों गुरु देग विच सी उदों असीं कह सकते हैं कि गुरु जी छको। तां ही हरमंदर साहिब तो अरदास होंदी है देग प्रवान कीती जावे। प्रवान हुंदी है, शब्द नूं प्रवान हुंदी है। गुरु दे नहीं है, गुरु शब्द है, गुरु बाणी है, बाणी गुरु, गुरु है बाणी। ते बाणी नूं प्रवान कीती जांदी है चीज़। हो सकता है कईयां नूं इस गल दी ठेस लगे, पर हरमंदर साहिब की अरदास सुन लो, इस तो उत्ते मैं होर कोई एग्जाम्पल नहीं है मेरे तो वड्डा। ते उस वेले हुण होवे ते आवे, हुण कोई ठाकुर ने थोड़ा खाना है। वो इतना बेबल हो गया, वो कहंदा हुण ते मैं बस भावें तू ठाकुर जी तुसी नहीं छकोगे तो मैं भी नहीं छकना, मैं भुखा रह जाऊंगा। जिस तरह एक शरीर सी पुट्ठा लटकिया होया सी, संगल पा के खूह दे विच, ध्यान नाल गल सुनना, कुदरती सामने आई, खूह च लटकिया होया ते अपना सारा रोटी पानी का इंतजाम करके ते इन्ना चिर कोई भोला जिहा निकल रहा सी, वो गवार जिहा सी, कोई ग्वाला सी। उन्हें वेख्या बंदा लटकिया, उन्हें पूछा भाई क्यों लटकिया है? कहंदा रब नूं पाण वास्ते। रब नूं किवें? कहंदा 6 महीने वास्ते मैं एक प्रण किया होया है। पर उन्हें तो संगल सुंगल पाए हुए सी, अपना समान भी 6 महीने का नाल लैके पुट्ठा लटकिया होया सी। उन्हें सोचा जे लटकन नाल 6 महीने ना रब मिलता, मैं भी लटक जावां। उन्हें घास फूस कट्ठी की, वो एक रस्सी जी बना दी, वो भी खूह दे नाल ही लटक गया। हुण उन्हें वेख्या वो भी राम राम कह रहा, वो भी शुरू हो गया। हुण परमात्मा ने वेख्या वो तो चलाकी नाल मैनूं याद करदा, उन्हें संगल सुंगल अपना इंतजाम सारा किया होया है। ते इस झल्ले नूं नहीं पता जिहड़ी रस्सी दी इहने गंढ बना के बैठी है, ना इहने खाण दा इंतजाम किया है, ते जिहड़ी रस्सी ते बैठा वो हुणे ही गिर जानी है। तो वो मस्ती नाल अपना शुरू हो गया। वेख्या कि रस्सी टुट रही है, उस टाइम रब आया, उन्हें चुक के बाहर कढ़िया। उन्हें कहा की कर रहे हैं? उन्हें कहा जी रब मैं तुहानूं मिलन वास्ते। तो वह भी बाहर आ गया 6 महीने वाला भी। वो कहता रब्बा तू मेरे नाल बड़ी बेजाती की है, मैं इन्ने समय तो लटकिया। कहते तू तेरे अंदर सी चलाकी, तू कर रहा सी चलाकी। ये सी भोले पाओ, भोला पाओ गोबिंद मिलावे। ते रब मिलदा भोले पा। सह सियाणपा लख होए तां इक ना चले नाल। रब सियाणपा नाल नहीं मिलदा, बहुत सियाणप जमका भो व्यापे। रब मिलदा है साडी अंदर दे भोले भाव दे नाल। रब मिलदा किवें? भोले भाव दे नाल। हुण रब नूं प्रगट होना पै गया धन्ना। वो कहंदा मैं कोई पत्थर नहीं हाँ भाई, ये तो तैनूं उन्हें बेवकूफ बनाया है। फिर धन्ना जी कहंदे ने जे ऐसी गल है तो फिर छको। फिर उन्हें छकिया। देखो इत्थे इस साखी तो हम पत्थर नाल नहीं जुड़िया, उन्हें पत्थर विचों नहीं रब प्रगट किया, उन्हें अपने विश्वास विचों रब प्रगट किया। कित्थे इस साखी नूं असीं भी पत्थर लैके, मैं पत्थर दी कोई नहीं कर रहा, उन्हें विश्वास दे विचों रब कढ़िया, ना कि पत्थर विच। पत्थर दी मूर्ति नहीं बोल सकती। तो फिर उन्हें कहा रब्बा हुण खा, तो एक गल याद रखी, तू जितना मनु सताया ना, हुण मेरे खेतों का जिहड़ा काम पिया ना, हुण तू ही करना ही। फिर धन्ना बह गया मंजी ते जिन्ना खेत का काम सी वाई, सारी खेत की वाही कराई। तो इन्ना चिर ना वो पंडित जी आ गए। उन्होंने कोल किथे देखो जो लालची बंदा होंदा ना, कहता होर मुठ आईए किसी को। वो कहता जी धन्ना जी की होया, ठीक हो? कहते ठीक हाँ जी। तुहानू ठाकुर चाहिए? कहता चाहिए, ठाकुर तो मेरे कोल ही है। वो कहता जी मैं तुहानू एक होर वधिया जिहा ठाकुर बना के देना वा। वो कहता वधिया की हुंदा है? ठाकुर तो मेरा सामने में। वो कहता विखा। कहता वो वेख खेतों की वाही करे। कहता मैं तो नज़र ही नहीं आ रहा। हुण वो जी नज़र होण ते पंडित जी दियां तो वेखन। गल ये वे कि रब सुभाव तुहाडे अंदर दा, तां ही मारे कहंदे जियो निर्मल बाहरों निर्मल, बाहरों दा निर्मल जियो निर्मल। रब साडे अंदर दी अवस्था वेखनी है। जिन्ना अंतर कपट विकार है
तिन्ना रोए क्या कीजे। हर करता सब किछ जानता, सिर रोग हथ दीजे। जिन्ना नानक गुरमुख हिरदा शुद्ध है, हर भगत हर लीजै। जिन्हां दा हिरदा शुद्ध है ना, उन्होंने ये दात मिलती है। वो कहता फिर मनु भी विखा। वो फिर रब नूं कहंदा रब जी तुसीं इहनूं दिखाओ, कहंदे इहनूं नहीं दिखाना। ये छल कपट है, ये धरोह है, ये दगेबाज है, ये तेरे वर्गे मेरे भोलिया भगतां नूं लुटदा पिया है। इहनूं नहीं मैं दर्शन देने। तेरियां ते मैं वाहियां भी कर लवांगा, सैण दियां नाई बन के उहदे काम भी कर आएगा। अचिंत काम करे प्रभ तिन का, जिन हर का नाम प्यारा। अरे रब कोलों ते तुसी अपने नीवें काम भी करवा सकते हो, पर शर्त यह वे रब मंगदा है भोला पाओ। भोला पाओ गोबिंद मिलावे। रब ते प्रेम दा भुखा है। गुरु साहब ने कहा ना, साच कहो सुन ले हो सबै, जिन प्रेम कियो तिन ही प्रभ पायो। रब एवं नहीं मिलना, रब भोले भाव मिलना है। अत सुंदर कुलीन चतुर मुख ज्ञानी धनवंत। इन्नियां वड्डियां पोस्टां, कुलीन वड्डा उच्च ज्ञानी भी होवे, धनवान भी होवे, अत सुंदर भी होवे, कुलीन चतुर मुख ज्ञानी धनवंत। मारे कहते मृतक कहिए नानका, जे प्रीत नहीं भगवंत। जे उस प्रभु परमात्मा दे नाल तेरी प्रीत नहीं है ना अंदरों, ये सारे विखावे तेरे तू मृतक समान है। एक मोई लाश तू दुनिया दे विच विचर रहा है। तो गुरु प्यारिओ, धन्ना भगत जी ने सानू प्रेम भोले भाव दी कर। दुनिया अंदर तू चलाकियां दिखा, हो सकता है तू चलाकियां नाल लोगां नू ठग के माया जरूर इकट्ठी कर लेगा, पर परमात्मा नू नहीं ठग सकदा। अपने नाल बंदे बड़े ला सकना में, उस परमात्मा दी नदर दा पात्र नहीं बन सकदा। रोज पढ़ने आ जपजी साहिब विच, जे जुग चारे आर जा होर दसूनी होए। जे चारां जुगां दी तेरी उम्र हो जाए, होर 10 गुना हो जाए। जे जुग चारे आर जा होर दसूनी होए, नवां खंडां विच जाणीए नाल चले सब कोए। चंगा नाउं रखाए कै जस कीरत जग ले, सारा जस तेरा पूरा संसार तेरी जय जयकार कर रहा है। मारे कहते ने जे तिस नदर ना आवई तां वात ना पुछे के। जो उस परमात्मा की नज़र हेठ नहीं आया ना, तैनूं उस दरगाह दे विच किसी ने वात भी नहीं पुछनी। ते इस करके उस परमात्मा नूं मित्र बना। एक सज्जन सब सज्जना, एक वैरी सब वाद। गुरपूरे विखा लिया विण नावे सब बात। भगत धन्ना जी का जन्मदिन मना रहे हैं। उन्हां दे जीवन दे विचों असीं ये झलक देखीए कि साडे अंदर भी भोला भाव होए। दुनिया में चलाकियां भी उत्थे भी ना करो, उत्थे भी छल कपट ना करो, ते उत्थे भी नहीं करोगे तो परमात्मा नाल भी नहीं करोगे, तो प्रेम दे नाल परमात्मा मिलेगा। गुरु तेग बहादुर साहब का परोपकारी जीवन असी वेख्या। हुण असी धन्ना जी दी विचार कीती। आस है किनका भर भी असी अपने जीवन में इसनूं वरत लईए। जिथे अपनी अरदास करो, दास कुकर की भी अरदास करो। सतगुर सच्चे पातशाह इतना प्यार जिस तरह तुसी बोलन च बुला देंदे हो, किथे अंदरों भी परमात्मा तुहाडे नाल प्यार पै जाए। दुनिया के प्यार ते सब झूठे ने, एक दिन खत्म हो जाने ने। मारे कहते जगत में झूठी देखी प्रीत, अपने ही सुख स्यों सब लागे। क्या दारा क्या की मित्र ते की घर वाली, सारे ही ये झूठी प्रीतां ने। ये सिर्फ संबंध साडा इस शमशान घाट तक के, उस तो अगे किसी ने नाल नहीं जाना। सिर्फ जाना है उस परमात्मा के प्यार ने, नाम ने जाना है, जो साड़ी रखिया करनी है। सो गुरु तेग बहादुर साहब जी का प्रकाश दिहाड़े की लख लख वधाइयां, ते भगत धन्ना जी के जन्म दिन दियां भी लख लख वधाइयां। महाराज कृपा करन अपने जीवन में असी टाल सकीए। भुल्लां बेअंत हो गई ने, वो दास दियां ने, ते बचन गुरु का जान के हिरदे विच वसाओ। सारे माई भाई असीस दवो। वाहिगुरू जी का खालसा, वाहिगुरू जी की फतेह।